महला पंजवा। जित पार ब्रह्म चित आया, सो घर दये वसाया। सुख सागर गुर पाया, ता सहसा सगल मिटाया। वाहिगुरु जी का खालसा, वाहिगुरु जी की फतेह। जिन्हें माई भाई सतगुरां दे पावन चरणों के विच जुड़ करके बैठे हो,
ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕੱਪ ਦੇ ਦੀਵਾਨਾਂ ਦੇ ਅੰਦਰ ਕਿਰਪਾ ਕੀਤੀ ਹੈ। ਜੋ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਸਤਿਗੁਰਾਂ ਨੇ ਆਪ ਵਿੱਚ ਵਰਤ ਕਰਕੇ ਆਰੰਭ ਕਰਵਾਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਗਿਆਨੀ ਰਤਨ ਸਿੰਘ ਭੰਗੂ ਹੋਣਾ ਦੇ ਸਾਰੀ ਕਥਾ ਲਿਖਵਾਈ ਹੈ। ਅਸੀਸਾਂ ਸਾਧ ਸੰਗਤ ਜੀ ਦਿਓ, ਸਤਿਗੁਰੂ ਮਿਹਰਮਤ ਕਰੇ। ਇਹ ਲਿਖੀ ਹੋਈ ਕਥਾ ਆਪ ਜੀ ਨੂੰ ਸਰਵਣ ਗੁਰੂ ਕਰਵਾਈਏ। ਗੁਰੂ ਸਾਹਿਬ ਦੀ ਦਇਆ ਕਰਨ। ਕੱਲ ਦੇ ਦੀਵਾਨਾਂ ਦੇ ਅੰਦਰ ਅਸੀਂ ਇਹ ਬਚਨ ਵਾਚੇ ਨੇ, ਸ਼ਾਹ ਆਲਮ ਗੌਰ ਅਲੀ ਦਿੱਲੀ ਦਾ ਇਹ ਬਾਦਸ਼ਾਹ ਹੈ। ਉਧਰੋਂ ਮੈਂ ਬਹੁਤਾ ਵਿਸਥਾਰ ਨਹੀਂ ਕਰਾਂਗਾ, ਸਿਰਫ ਟੂਕ ਮਾਤਰ ਇਸ਼ਾਰਾ। ਉਧਰੋਂ ਲੋਨੀ ਜਿਹੜਾ ਹੈ, ਜਿਹਦਾ ਨਾਮ ਇਤਿਹਾਸ ਦੇ ਵਿੱਚ ਆਇਆ ਹੈ ਅਖਤਰ ਲੋਨੀ, ਫਰੰਗੀ ਹੈ। ਪੀਰੂ ਤੋਂ ਕੋਲੋਂ ਇਹ ਸਾਰਾ ਮਰਹੱਟਿਆਂ ਦਾ ਰਾਜ ਇਹਨੇ ਖਰੀਦਿਆ। ਖਰੀਦੇ ਹੋਏ ਰਾਜ ਨੂੰ ਲੈਣ ਵਾਸਤੇ ਇਹ ਦਿੱਲੀ ਪਹੁੰਚਦਾ ਹੈ। ਉਧਰੋਂ ਬਾਬਾ ਬਗੇਲ ਸਿੰਘ ਸਾਹਿਬ ਜੀ ਸਿੰਘਾਂ ਦੇ ਜਥੇ ਦੇ ਨਾਲ ਦਿੱਲੀ ਨੂੰ ਫਤਿਹ ਕਰਕੇ ਉੱਤੇ ਪਹੁੰਚਦੇ ਨੇ। ਸਾਧ ਸੰਗਤ ਜੀ, ਅਖਤਰ ਲੋਨੀ ਦਿੱਲੀ ਪਹੁੰਚਿਆ। ਇਧਰੋਂ ਬਾਬਾ ਬਗੇਲ ਸਿੰਘ ਸਾਹਿਬ ਜੀ ਦਿੱਲੀ ਪਹੁੰਚੇ। ਅਖਤਰ ਲੋਨੀ ਨੇ ਇਹ ਸਵਾਲ ਪੁੱਛਿਆ ਕਿ ਇਹ ਕੌਣ ਨੇ। ਸਿੰਘਾਂ ਦੇ ਬਾਰੇ ਪੁੱਛਿਆ ਵੀ ਇਹ ਕੌਣ ਨੇ। ਘੋੜਿਆਂ ਦੇ ਉੱਤੇ ਸਵਾਰ ਨੇ, ਸਿਰ ਦੇ ਉੱਤੇ ਜਿਹੜੇ ਦਮਾਲੇ ਸੋਭਦੇ ਨੇ ਸਿੰਘਾਂ ਦੇ, ਨੰਗੀਆਂ ਕਿਰਪਾਨਾਂ ਇਹਨਾਂ ਨੇ ਹੱਥਾਂ ਦੇ ਵਿੱਚ ਫੜੀਆਂ ਨੇ, ਕੌਣ ਨੇ। ਆਖਿਰਕਾਰ ਸਿੰਘਾਂ ਦਾ ਜਾਹੋ ਜਲਾਲ ਇਹਨੇ ਤੱਕਿਆ। ਪੰਥ ਦੇ ਝੂਲ ਦੇ ਨਿਸ਼ਾਨ ਇਹਨੇ ਆਪਣੀਆਂ ਅੱਖਾਂ ਦੇ ਨਾਲ ਤੱਕੇ ਨੇ ਤੇ ਜਾ ਕਰਕੇ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਗੌਹਰ ਅਲੀ ਦੇ ਕੋਲ ਇਹ ਜਾ ਕੇ ਸਵਾਲ ਜਵਾਬੀ ਕਰਦਾ ਹੈ। ਹੁਣ ਦਿੱਲੀ ਦੇ ਕਿਲੇ ਦੇ ਅੰਦਰ ਇਹ ਸਾਰੀ ਵਾਰਤਾ ਚੱਲਦੀ ਹੈ। ਉਹ ਪੁੱਛਦਾ ਵੀ ਕੌਣ ਨੇ ਇਹ। ਅੱਗੋਂ ਜਿਹੜਾ ਸ਼ਾਹ ਆਲਮ ਦਿੱਲੀ ਦਾ ਬਾਦਸ਼ਾਹ ਹੈ, ਸਿੰਘਾਂ ਦੀ ਉਸਤਤ ਨਹੀਂ ਦੱਸਦਾ, ਸਿੰਘਾਂ ਦੇ ਪ੍ਰਤੀ ਕੁਫਰ ਪਿਆ ਤੋੜਦਾ ਹੈ। ਇਹ ਵਚਨ ਆਪ ਜੀਆਂ ਦੇ ਨਾਲ ਕੱਲ ਸਾਂਝੇ ਕੀਤੇ। ਇਹਨੇ ਹੌਲੀ ਹੌਲੀ ਕਰਕੇ ਸਿੰਘਾਂ ਦੇ ਪ੍ਰਤੀ ਜ਼ਹਿਰ ਉਗਲਿਆ, ਕਿਉਂਕਿ ਮਹਾਰਾਜ ਦੀ ਪਾਕ ਗੁਰਬਾਣੀ ਦੇ ਵਚਨੇ ਸਾਫ਼ ਮੁੰਚ ਛੁੱਟੈ ਵੇਖ ਨਹੀਂ ਛੱਡੈ। ਭਾਈ ਗੁਰਦਾਸ ਸਾਹਿਬ ਜੀ ਨੇ ਸੱਪੈ ਦੁੱਧ ਪਿਆਈਏ, ਜਿੰਨਾ ਮਰਜੀ ਸੱਪ ਨੂੰ ਦੁੱਧ ਪਿਆ ਦਿਓ ਤੁਹਾਨੂੰ ਡੰਗ ਦੱਸੇਗਾ ਜ਼ਰੂਰ। ਸੱਪ ਜਿਹੜਾ ਹੈ ਨਾ, ਮਾਂ ਭਗਤ ਨਾਮਦੇਵ ਜੀ ਕਹਿੰਦੇ ਨੇ, ਉਹ ਆਪਣੀ ਕੁੰਜ ਤੇ ਲਾ ਦਿੰਦਾ ਹੈ ਪਰ ਅੰਦਰ ਦਾ ਜ਼ਹਿਰ ਕਦੇ ਛੱਡਦਾ ਨਹੀਂ। ਕੁੰਜ ਤੇ ਛੱਡ ਦਿੰਦਾ ਪਰ ਜ਼ਹਿਰ ਕਦੇ ਛੱਡਦਾ ਨਹੀਂ। ਉਹ ਹਾਲ ਇਸ ਸ਼ਾਹ ਆਲਮ ਦਾ ਹੈ। ਇੰਨੀ ਬਖਸ਼ਿਸ਼ ਗੁਰੂ ਘਰੋਂ ਮਿਲੀ। ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਜ ਦਿਵਾਇਆ। ਇਧਰੋਂ ਬਾਬਰ ਨੂੰ ਗੁਰੂ ਨਾਨਕ ਸਾਹਿਬ ਦੀਆਂ ਅਸੀਸਾਂ ਦੇ ਸਦਕੇ ਰਾਜ ਮਿਲਿਆ। ਪਰ ਇਹ ਰਾਜ ਭਾਗ ਦੀ ਦੁਰਦਸ਼ਾ ਵੀ ਹੋਈ ਹੈ, ਕਿਉਂਕਿ ਗੁਰੂ ਤੋਂ ਆਕੀ ਹੋਏ ਨੇ ਨਾ, ਗੁਰੂ ਦੇ ਵਿਰੁੱਧ ਚੜ ਕਰਕੇ ਆਏ ਨੇ। ਤੇ ਇੱਥੇ ਸ਼ਾਹ ਆਲਮ ਖਾਲਸੇ ਪੰਥ ਦੇ ਪ੍ਰਤੀ, ਗੁਰੂਆਂ ਦੇ ਪ੍ਰਤੀ ਜੋ ਜ਼ਹਿਰ ਪਿਆ ਉਗਲਦਾ ਹੈ, ਝੂਠ ਪਿਆ ਮਾਰਦਾ ਹੈ, ਕਪਟ ਪਿਆ ਤੋਲਦਾ ਹੈ। ਹੁਣ ਆਪ ਕਰੋ ਕਿਰਪਾ, ਜਿੰਨੇ ਮਾਈ ਭਾਈ ਸਰ ਕਰਕੇ ਬੈਠੇ, ਯਾਦ ਰੱਖਣਾ ਦਿੱਲੀ ਦੇ ਕਿਲੇ ਦੇ ਅੰਦਰ ਇਹ ਸਾਰੀ ਵਾਰਤਾ ਚੱਲਦੀ ਹੈ। ਗਿਆਨੀ ਰਤਨ ਸਿੰਘ ਜੀ ਭੰਗੂ ਇਹ ਕਥਾ ਨੂੰ ਲਿਖਦੇ ਪਏ ਨੇ। ਇਹ ਸ਼ਾਹ ਆਲਮ ਅੰਗਰੇਜ਼ ਨੂੰ, ਫਰੰਗੀ ਨੂੰ ਕਥਾ ਸੁਣਾਉਂਦਾ ਕਿ ਸਿੰਘ ਕੌਣ ਨੇ ਤੇ ਕਿਵੇਂ ਕਿਵੇਂ ਵਾਰਤਾ ਚੱਲਦੀ ਹੈ। ਆਓ ਜਿੰਨੇ ਮਾਈ ਭਾਈ ਜੁੜ ਮਿਲ ਕਰਕੇ ਬੈਠੇ ਹੋ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਧਿਆਨ ਦੇਈਏ, ਕਿਉਂਕਿ ਮਹਾਰਾਜ ਨੇ ਤੀਸਰ ਸਿਰਮੌਰ ਪੰਥ ਪੈਦਾ ਕੀਤਾ। ਉਹਦੀ ਬਾਤ ਵੀ ਆਵੇਗੀ ਤੇ ਸਿਰਮੌਰ ਪੰਥ ਦੀ ਬਾਤ ਕਰਨੀ ਸਾਡੇ ਵੱਸ ਦੀ ਗੱਲ ਨਹੀਂ। ਗੁਰੂ ਸਾਹਿਬ ਆਪ ਕਿਰਪਾ ਕਰਨ, ਤਰਸ ਕਰਨ ਤੇ ਆਪਣੇ ਦਰ ਦੇ ਵਿਚਾਰ ਆਪ ਕਰਵਾ ਲੈਣ। ਕਰੋ ਕਿਰਪਾ, ਜਿੰਨੇ ਮਾਈ ਭਾਈ ਜੁੜ ਮਿਲ ਬੈਠੇ ਹੋ, ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੰਘਣ ਕੋ ਨਰੇਤ ਬਤਾਇਓ। ਜਦ ਗੱਲ ਚੱਲਦੀ ਅਖਤਰ ਉਹਨੇ ਪੁੱਛਦਾ ਵੀ ਕੌਣ ਨੇ। ਸ਼ਾਹ ਮੱਗੋ ਕਹਿੰਦਾ ਇਹ ਤੇ ਰਈਅਤ ਨੇ, ਇਹ ਤੇ ਸਾਡੀ ਪ੍ਰਜਾ ਨੇ, ਇਹ ਤੇ ਰੁਲਦੇ ਫਿਰਦੇ ਨੇ, ਜੁਰਾਈ ਪੇਸ਼ਾ ਕੌਮ ਨੇ, ਡਾਕੂ ਨੇ, ਇਹ ਧੜੇਬਾਜ਼ੀਆਂ ਕਰਦੇ ਨੇ, ਪਿੰਡਾਂ ਦੇ ਪਿੰਡ ਲੁੱਟਦੇ ਨੇ, ਨਾ ਇਹਨਾਂ ਦਾ ਕੋਈ ਘਰ ਹੈ। ਸਿੰਘਾਂ ਦੇ ਪ੍ਰਤੀ ਆਖਦਾ ਹੈ, ਕਹਿੰਦੇ ਨੇ ਕਿ ਸਾਡੀ ਪ੍ਰਜਾ ਸੀ ਤੇ ਸਾਨੂੰ ਇਹਨਾਂ ਦੇ ਤਰਸ ਆ ਗਿਆ ਕਿ ਚਲੋ ਤੁਸੀਂ ਤੁਹਾਨੂੰ ਪੰਜਾਬ ਦਾ ਖਿੱਤਾ ਦਿੱਤਾ, ਉੱਥੇ ਰਹੀ ਜਾਓ ਤੇ ਇੱਥੇ ਰਾਜ ਕਰੀ ਜਾਓ। ਯਾਨੀ ਕਿ ਸਿੰਘਾਂ ਨੂੰ ਰਈਅਤ ਬਿਠਾਇਆ, ਜਿਹਨੂੰ ਗੁਰੂ ਕਲਗੀਧਰ ਮਹਾਰਾਜ ਨੇ ਇਹ ਵਚਨ ਲਿਖੇ ਨੇ, ਖਾਲਸਾ ਮੇਰਾ ਸਤਿਗੁਰ ਪੂਰਾ, ਜਿਹਨੂੰ ਸਤਿਗੁਰੂ ਪੂਰਾ ਬਣਾਇਆ ਮਹਾਰਾਜ ਨੇ। ਇਹ ਇੱਕ ਅਦੀਬ ਦੇ ਵੀ ਬੋਲ ਨੇ, ਕਹਿੰਦਾ ਇਹ ਖੰਡੇ ਤਾਰ ਬਣਾ ਕੇ ਅੰਮ੍ਰਿਤ ਪਾਨ ਕਰਾਇਆ ਪੰਜਾਂ ਨੂੰ ਸੀ, ਜਾਤ ਗੋਤ ਦੇ ਦੇਸ਼ ਮਿਟਾ ਕੇ ਇੱਕ ਵਿਖਾਇਆ ਪੰਜਾਂ ਨੂੰ ਸੀ, ਪੰਜਾਂ ਨੂੰ ਫਿਰ ਗੁਰੂ ਬਣਾ ਕੇ ਪੰਥ ਬਣਾਇਆ ਪੰਜਾਂ ਨੂੰ ਸੀ।
क्योंकि पंजां नूं सतगुरां ने गुरु बनाया ते पंथ दा दर्जा दिता। शाह आलम ने फरंगी अख्तर लोनी नूं आख्या भी ये ते रईयत ने, ये ते साडी प्रजा हन। नैन खालसो पंथ जतायो ते गुरु के खालसे पंथ नूं उन्हें जताया नहीं। कैਵੇਂ महाराज ने चंडी दे विचों खालसा प्रगट कीता, खंडे दे विचों सतगुरां ने पंथ ये प्रगट कीता। खंडे दी धार दे उत्ते चलण वाला पंथ है ये। जो खालसा पंथ ने पिछले समय दे विच तेगां मारियां ने वो कुछ भी गल उन्होंने नहीं दसी। नैन गुरुअन भेद कछ कहा ना ते ओने गुरुआं दा भेद दस्या। सिख गुरु साहिबानां दा गुरु नानक साहब तो लैकर के गुरु कलगीधर महाराज जियां तक कोई भी भेद उन्होंने नहीं दस्या कि ये कौम प्रगट किवें होई, ये कौम बधी किवें, एक कौम ने की मल्लां मारियां। यानी कि गुरु नानक साहब को लैकर के गुरु गोबिंद सिंह महाराज का कोई भी भेद उन्हें अख्तर लोनी नूं नहीं दस्या। गुरुअन शाहन जिम झगड़ो रहा ते गुरुआं दा ते शाहां दा झगड़ा रिहा। ਅਸੀਂ ਜਾਣਦੇ ਹਾਂ ਬਾਬਰ ਚੜ ਕੇ ਆਇਆ ਤੇ ਮਹਾਰਾਜ ਨੇ ਜਾਬਰ ਆਖ ਦਿੱਤਾ ਬਾਬਰ ਨੂੰ। ਹਿਮਾਯੂ ਚੜ ਕੇ ਆਇਆ ਤੇ ਕਿਤੇ ਕਿਰਪਾਨ ਉਹ ਚੁੱਕੀ ਤੇ ਮਹਾਰਾਜ ਆਖਣਗੇ ਇਹਦੇ ਸਾਹਮਣੇ ਚੁੱਕੀ ਨਹੀਂ ਤੇ ਉੱਥੇ ਦੇ ਚੁੱਕੀ ਨਹੀਂ ਗਈ। ਮੱਲ ਅਖਾੜੇ ਗੁਰੂ ਅਰਜਨ ਦੇਵ ਪਾਤਸ਼ਾਹ ਹਿਮਾਯੂ ਕੋ ਵਾਹਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਹਿਮਾਯੂ ਚੜ ਕਰਕੇ ਆਇਆ। ਇਧਰ ਅਕਬਰ ਸੁਰਾਕੁਲ ਦੀ ਨੀਤੀ ਬਣਾਉਂਦਾ ਸੀ। ਜਹਾਂਗੀਰ ਬਾਦਸ਼ਾਹ ਕਹਿੰਦਾ ਸੀ ਮੈਂ ਤਖਤ ਮੱਲਣਾ, ਦੂਸਰੇ ਨੂੰ ਮੈਂ ਤਖਤ ਦੇਣ ਨਹੀਂ ਦੇਣਾ ਤੇ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾ ਦਿੱਤਾ। अगां चलते हैं औरंगजेब बादशाह ने गुरु तेग बहादुर महाराज को शहीद करवाया। यानी कि शाहां दा ते गुरुआं दा आपसी झगड़ा रहा है पुराने समय दे विच। जदों भी शहादत हुई उदों समय ने करवट लई। जदों महाराज गुरु अर्जन देव पातशाह की शहादत हुई ते मीरी पीरी सिद्धांत साडे सामने आया। जदों गुरु तेग बहादुर महाराज की शहादत हुई ते खालसा पंथ प्रगट होया। ये बेनती सुनिया एक क्रांति इनकलाब पंथ विच आया। यानी कि ये सारियां गल्लां जिहड़ियां सी अख्तर लोनी नूं नहीं दसियां। दोहरा श्री गुरु नानक जिम पयो आगे ओदे प्रताप। जिवें गुरु नानक साहब दुनिया के उत्ते प्रगट होए, आप नारायण कलाकार जग में परवरियो सतगुरु जी आप खुदा दा स्वरूप दुनिया के अंदर प्रगट होए। ਇਹਦੇ ਬਾਰੇ ਵੀ ਕੁਝ ਨਹੀਂ ਦੱਸਿਆ। ਤੇ ਅਗਲਾ ਗੁਰੂ ਨਾਨਕ ਸਾਹਿਬ ਦਾ ਪੰਥ ਨਾ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਜਿਹੜਾ ਸੀ ਕਿਵੇਂ ਅਗਾਂਹ ਵਧਿਆ ਤੇ ਫੁੱਲਿਆ। ਉਹਨੇ ਕਿੱਥੋਂ ਤੱਕ ਮਾਰੀਆਂ। ਨਾਦਰ ਸ਼ਾਹ ਆਇਆ, ਈਰਾਨੀ ਆਇਆ, ਉਹਨੂੰ ਖਾਲਸੇ ਨੇ ਭਜਾ ਕੇ ਮਾਰਿਆ। ਇਹ ਇਤਿਹਾਸ ਸਾਡੇ ਲਾਗੇ ਇਹਦੀਆਂ ਤਗੜੀਆਂ ਮੱਲਾਂ ਮਾਰੀਆਂ ਪਰ ਉਹਨੇ ਇਸ ਬਾਰੇ ਕੋਈ ਵੀ ਅਖਤਰ ਲੋਨੀ ਨੂੰ ਵਚਨ ਨਹੀਂ ਦੱਸਿਆ। ਬਾਬਰ ਪਰ ਕਿਰਪਾ ਭਈ ਕਹਿਓ ਨਾ ਮਨ ਰੱਖ ਪਾਪ। ਮਨ ਵਿੱਚ ਪਾਪ ਰੱਖ ਕਰਕੇ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਉੱਤੇ ਵੀ ਕਿਰਪਾ ਕੀਤੀ ਉਹ ਵੀ ਵਚਨ ਨਹੀਂ ਦੱਸਿਆ। ਤੋ ਭਈ ਜਿਮ ਫਿਰ ਮੁਗਲਨ ਹਿੰਦ ਸਤਾਏ। ਤੇ ਜਿਵੇਂ ਫਿਰ ਸਾਧ ਸੰਗਤ ਦੀ ਹੁਣ ਇਹ ਗੱਲ ਕਰਦੇ ਨੇ ਕਿ ਅਗਲੇ ਗਿਆਨੀ ਰਤਨ ਸਿੰਘ ਜੀ ਪੰਗੂ ਲਿਖਦੇ ਨੇ ਜਿਮ ਫਿਰ ਮੁਗਲਨ ਹਿੰਦ ਸਤਾਇਓ। हिंदुस्तान के हिंदू फिर मुगलों ने किवें सताए क्योंकि जिन्ना चिर सवा बन जंजू लईदा नहीं सी औरंगजेब जिहड़ा सी वो प्रशादा नहीं सी सकदा। किवें जुल्म दे मारे क्योंकि उन्हें तलवार की धार दे नाल अपना धर्म जिहड़ा है उन्हें अगां प्रफुल्लित करना चाहया सी औरंगजेब ने। ते हिंदुस्तान दे लोग हिंदू लोग ने जिहड़े किवें मुगलों ने सताए हन। ते जिवें फिर अगां सिख ते गुरु सिखां दे गुरु दो शब्द ने सिखां दे गुरु किवें उन्हें शहीद कीते ये भी वार्ता नहीं दसी। जिवें फिर गुरुआं ने अपना सिर रखा तेरा भाणा भी तेरा कीया मीठा लगे। भी एक बेनती कर देवां जदों असीं आम बोलां दे विच किते बैठे हुंदे आ ते गल्लां करदे आ एक दूजे नाल ते उदों पंक्तियां सी इधर उधर कर देने हैं। ख्याल रखना है तेरा कीया मीठा लग गया हर नाम पदार्थ नानक मांगया। तेरा भाणा मीठा लगे पंक्ति नहीं है। एक वचन अपना पढ़ते हैं सहज पक्के सो मीठा हुए। गुरु ग्रंथ साहिब महाराज की पावन बाणी अंदर हुए पाठ नहीं है। सहज पक्के सो मीठा हुए पाठ नहीं है। पंक्ति है संपूर्ण पंक्ति पढ़ियो ते ये भी वचन आप पढ़ते हैं भी वचन करे किस जाए सोई नर कर जा ਐਵੇਂ ਨਹੀਂ ਬਚਨ ਕਰਾਇਆ ਤਾਂ ਕਿਸ ਜਾਏ। ਇਹ ਜਦੋਂ ਅਸੀਂ ਮਾਰੂਤੀ ਵਾਰ ਪੜ੍ਹਦੇ ਆ ਨਾ ਦੱਖਣੇ ਉਹਦੇ ਵਿੱਚ ਇਹ ਸਾਰੇ ਵਚਨ ਨੇ। ਖਿਆਲ ਕਰਿਆ ਕਰੋ ਇੱਕ ਸੱਚੀ ਬਾਣੀ ਹੈ ਤੇ ਸੱਚੇ ਦੀ ਬਾਣੀ ਹੈ। ਕੱਚੀ ਬਾਣੀ ਨਹੀਂ ਤੇ ਨਾ ਕਿਸੇ ਕੱਚੇ ਗੁਰੂ ਦੀ ਬਾਣੀ ਹੈ। ਜਿਹੜਾ ਬਾਣੀ ਦਾ ਸਤਿਕਾਰ ਕਰੇਗਾ ਮਹਾਰਾਜ ਕਹਿੰਦੇ ਹੋਈ ਸਾਡਾ ਸਿੱਖ ਹੈ। ਜਿਹੜਾ ਬਾਣੀ ਦਾ ਅਦਬ ਨਹੀਂ ਕਰੇਗਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ। ਬਾਣੀ ਦਾ ਅਦਬ पढ़ना ते हिरदे अंदर वसाना वो भी अदब है पर बाहरी तौर पर जिन्ना अदब हो जाए
ਉਹ ਉਨਾ ਹੀ ਘੱਟ ਹੈ। ਸਾਧ ਸੰਗਤ ਜੀ, ਨੁਕਤਾਚੀਨੀ ਵਾਲੇ ਬਥੇਰੇ ਤੁਹਾਨੂੰ ਕਹਿਣਗੇ ਜੀ ਐਵੇਂ ਨਹੀਂ ਕਰਨਾ, ਉਵੇਂ ਨਹੀਂ ਕਰਨਾ, ਪਰ ਗੁਰੂ ਦਾ ਅਦਬ ਸਤਿਕਾਰ ਜਿੰਨਾ ਹੁੰਦਾ ਹੈ ਉਹਨਾਂ ਸਾਧ ਸੰਗਤ ਜੀ ਘੱਟ ਹੈ। ਇਸ ਕਰਕੇ ਗੁਰਬਾਣੀ ਦੀ ਤੁਕ ਜਿਵੇਂ ਪੜ੍ਹਨੀ ਆ, ਇੱਕ ਵਾਰ ਵਾਚਿਆ ਕਰੋ ਵੀ ਮਹਾਰਾਜ ਸਾਹਿਬ ਜੀ ਨੇ ਪਾਵਨ ਬਾਣੀ ਅੰਦਰ ਕੀ ਲਿਖਿਆ ਹੈ। ਜਿਵੇਂ ਗੁਰੂਆਂ ਨੇ ਫਿਰ ਆਪਣਾ ਸਿਰਤ ਰੱਖਿਆ, ਗੁਰੂਆਂ ਨੇ ਆਪਣਾ ਸਿਰਤ ਰੱਖਿਆ, ਉਹਦੇ ਬਾਬਤ ਵੀ ਕੋਈ ਬਚਨ ਜਿਹੜਾ ਸ਼ਾਹ ਆਲਮ ਗੌਰ ਅਲੀ ਨੇ ਅਖਤਰ ਲੋਨੀ ਨੂੰ ਨਹੀਂ ਕਿਹਾ। ਸੀਸ ਦਿਓ ਔਰ ਸਿਰਤ ਨਾ ਦਿਓ, ਸੀਸ ਦੇ ਦਿੱਤਾ ਤਿਲਕ ਜਨੂ ਰਾਖਾ ਪ੍ਰਾਪਤਾ ਗਾਓ ਸ਼ਬਦ ਅਸੀਂ ਪੜ੍ਹਦੇ ਹਾਂ ਦਸਮ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ। ਸੀਸ ਦੇ ਦਿੱਤਾ ਪਰ ਸਿਦਕ ਨਹੀਂ, ਸਿਰੜ ਨਹੀਂ ਸਕਿਆ। ਇਹ ਤੇ ਬਚਨ ਕਹਿ ਦਿੱਤਾ ਵੀ ਸਿਰ ਤੇ ਭਾਵੇਂ ਚਲਿਆ ਜਾਵੇ ਪਰ ਧਰਮ ਨਹੀਂ ਜਾਵੇਗਾ। ਇਹ ਬਚਨ ਤੇ ਜਿਵੇਂ ਕਿ ਗੁਰੂਆਂ ਦਾ ਸਿਦਕ ਤੇ ਗੁਰੂਆਂ ਦਾ ਸਿਰੜ, ਉਧਰੋਂ ਫਿਰ ਸ਼ਾਮਾਂ ਦਾ ਗੁਰੂ ਸਾਹਿਬ ਦੇ ਨਾਲ ਝਗੜਾ, ਸ਼ਹੀਦੀਆਂ, ਗੁਰੂ ਸਾਹਿਬ ਦਾ ਸਿਰੜ, ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ ਕਿਵੇਂ ਵਧਿਆ ਫੁੱਲਿਆ, ਖਾਲਸਾ ਪੰਥ ਵਿੱਚ ਪ੍ਰਗਟ ਹੋ ਗਿਆ, ਰੂਪ ਲੈ ਕਰਕੇ ਤੇ ਇੱਕ ਨਿਰੰਬਰ ਬਾਣਾ ਧਾਰਨ ਕਰ ਲਿਆ। ਇਹ ਸਾਰੀ ਵਾਰਤਾ ਜਿਹੜੀ ਇਹ ਸ਼ਾਹ ਆਲਮ ਨੇ ਅਖਤਰ ਲੋਨੀ ਨੂੰ ਨਹੀਂ ਦੱਸੀ। ਜੇ ਬਿਨ ਬੈਰ ਸ਼ਾਹਣ ਗੁਰ ਭਇਓ, ਤੇ ਇਸ ਢੰਗ ਦੇ ਨਾਲ ਜਿਹੜਾ ਵੈਰ ਸ਼ਾਹਾਂ ਦਾ ਤੇ ਗੁਰੂ ਸਾਹਿਬ ਦਾ ਪੈ ਗਿਆ ਉਹ ਵੀ ਨਹੀਂ ਦੱਸਿਆ। ਜਿਮ ਗੁਰ ਹੁਕਮ ਹੋਏ ਪੰਥ ਰਚਿਓ, ਤੇ ਜਿਸ ਹੁਕਮ ਦੇ ਨਾਲ ਗੁਰੂ ਕਲਗੀਧਰ ਮਹਾਰਾਜ ਨੇ ਪੰਥ ਰਚਿਆ, ਕਿਉਂਕਿ ਮਹਾਰਾਜ ਸਾਹਿਬ ਜੀਆਂ ਦੇ ਤੇ ਇਹ ਬੋਲ ਨੇ, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੇ, ਮਹਾਰਾਜ ਕਹਿੰਦੇ ਨੇ ਸਾਨੂੰ ਅਕਾਲ ਪੁਰਖ ਨੇ ਹੁਕਮ ਕੀਤਾ ਵੀ ਜਾ ਕਰਕੇ ਇੱਕ ਧਰਮ ਚਲਾਓ। ਅਸੀਂ ਜਦੋਂ ਰਹਿਰਾਸ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਜਿਵੇਂ ਦੋਹਰੇ ਆਉਂਦੇ ਨੇ, ਅਸੀਂ ਪੜ੍ਹਦੇ ਹਾਂ ਸਾਰੇ। ਠਾਰ ਪਇਓ ਮੈਂ ਜੋਰ ਕਰ ਬਚਨ ਕਹਾ ਸੰਧਿਆਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਪੰਥ ਤਾਂ ਚੱਲੇਗਾ ਜੇ ਤੂੰ ਕਿਰਪਾ ਕਰੇਗਾ ਤਾਂ। ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਜਾਹੀ ਕਾਜ ਤਰਾਂ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਸੰਤ ਉਬਾਰਨ ਮਹ ਧਰਮ ਚਲਾਵਨ, ਸੰਤ ਉਬਾਰਨ ਦੁਸ਼ਟ ਸਭ ਕੋ ਮੂਲ ਉਬਾਰਨ। ਅਸਲ ਦੇ ਵਿੱਚ ਸਾਡੇ ਆਉਣ ਦਾ ਕਾਰਨ ਹੀ ਇਹ ਹੀ ਵੀ ਪੰਥ ਪ੍ਰਚੁਰ ਕਰਬੇ ਕੋ ਸਾਜਾ, ਵੀ ਮਹਾਰਾਜ ਆਏ ਸੀ ਮੈਂ ਆਪਣਾ ਸੁਖ ਤੋਹੀ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਇਹ ਮਹਾਰਾਜ ਨੇ ਜਨਮ ਹੀ ਤਾਂ ਲਿਆ ਸੀ ਵੀ ਤੀਸਰਾ ਪੰਥ ਦੁਨੀਆ ਦੇ ਉੱਤੇ ਕਾਇਮ ਕਰਨਾ। ਗੁਰੂ ਕਲਗੀਧਰ ਮਹਾਰਾਜ ਨੇ ਕਿਸ ਹੁਕਮ ਦੇ ਨਾਲ ਪੰਥ ਪ੍ਰਗਟ ਕੀਤਾ ਉਹ ਵੀ ਅਖਤਰ ਲੋਨੀ ਨੂੰ ਨਹੀਂ ਦੱਸਿਆ। ਪੰਥ ਮਦਦ ਕੋ ਚੰਡ ਜਗਾਈ, ਤੇ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਸ਼ਕਤੀ ਚੰਡੀ ਪ੍ਰਗਟ ਕੀਤੀ ਹੈ, ਜਿਹਨੂੰ ਮਹਾਰਾਜ ਨੇ ਕਾਲਕਾ ਆਖਿਆ ਹੈ, ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ ਵੀ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਜਿਹਨੂੰ ਅਸੀਂ ਪੜ੍ਹਦੇ ਹਾਂ ਖੜਗ ਕੇਤ ਮੈਂ ਸਰਨ ਤਿਹਾਰੀ। ਉਸ ਚੰਡੀ ਦੇ ਵਿੱਚੋਂ ਖਾਲਸਾ ਪੰਥ ਪ੍ਰਗਟ ਕਿਵੇਂ ਕੀਤਾ ਇਹ ਵੀ ਵਾਰਤਾ ਨਹੀਂ ਦੱਸੀ। ਚੰਡ ਭੇਟ ਦੇ ਭੇਟ ਲਗਾਈ, ਚੰਡ ਭੇਟ ਦੇ ਭੇਟ ਲਗਾਈ, ਉਸ ਚੰਡੀ ਦੀ ਭੇਟ। ਸਾਧ ਸੰਗਤ ਜੀ ਇਹ ਬੇਨਤੀ ਇੱਥੇ ਯਾਦ ਰੱਖਣਾ, ਤਾਕਤ ਕਦੇ ਵੀ ਤਾਕਤਵਾਰ ਤੋਂ ਵੱਖਰੀ ਨਹੀਂ ਹੁੰਦੀ। ਤਾਕਤ ਤਾਕਤਵਾਰ ਤੋਂ ਵੱਖਰੀ ਨਹੀਂ ਹੁੰਦੀ, ਅਨਵੇਖਣ ਅੰਗ ਨਹੀਂ। ਤੇ ਮਹਾਰਾਜ ਨੇ ਅਕਾਲ ਪੁਰਖ ਦਾ ਸਰੂਪ ਚੰਡੀ ਪ੍ਰਗਟ ਕੀਤੀ ਹੈ, ਜਿਹਨੂੰ ਇੱਕ ਪਰਮ ਸੱਤਾ ਆਖਦੇ ਨੇ, ਜਿਹਨੂੰ ਆਮ ਸੰਸਾਰੀ ਲੋਕ ਕੁਦਰਤ ਆਖਦੇ ਨੇ ਕਿ ਇਹ ਕੁਦਰਤ ਰਿਹਾ। ਉਹ ਅਕਾਲ ਪੁਰਖ ਦੀ ਇੱਕ ਸੱਤਾ ਹੈ ਜੋ ਮਹਾਰਾਜ ਸਾਹਿਬ ਜੀ ਨੇ ਪ੍ਰਗਟ ਕੀਤੀ। ਬੇਸ਼ੱਕ ਉਹਦਾ ਹੀ ਸਰੂਪ ਗੁਰੂ ਨਾਨਕ ਸਾਹਿਬ ਨੇ, ਮੇਰੀ ਬੇਨਤੀ ਯਾਦ ਰੱਖਿਆ ਨੇ, ਅਕਾਲ ਪੁਰਖ ਦੀ ਪਰਮ ਸੱਤਾ ਦੇ ਨਾਲ ਮਹਾਰਾਜ ਨੇ ਪੰਥ ਨੂੰ ਪ੍ਰਗਟ ਕੀਤਾ। ਤੇ ਅਗਲਾ ਵਚਨ ਗਿਆਨੀ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਆਪਣੇ ਦੋਏ ਪੁੱਤਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਚੰਡੀ ਦੀ ਭੇਟ ਕੀਤੇ ਨੇ, ਯਾਨੀ ਕਿ ਉਸ ਅਕਾਲ ਪੁਰਖ ਨੂੰ ਭੇਟ ਕੀਤੇ ਹਨ। ਤੇ ਆਪਣ ਵਿੱਚ ਚੰਡ ਚੜਾਈ, ਆਪਣੀ ਦੇਹ ਵੀ ਸਤਿਗੁਰਾਂ ਨੇ ਉਹਦੇ ਸੁਪੁਰਦ ਕਰ ਦਿੱਤੀ, ਕਿਉਂਕਿ ਮਹਾਰਾਜ ਸਾਹਿਬ ਜੀ ਜਦੋਂ ਫਾਨੀ ਸੰਸਾਰ ਤੋਂ ਸਰੀਰ ਕਰਕੇ ਜਾਂਦੇ ਨੇ ਤੇ ਗੁਲ ਖਾਂ ਦਾ ਜਦੋਂ ਖੰਜਰ ਵੱਜਦਾ ਨਨੇੜ ਦੀ ਧਰਤੀ ਤੇ, ਉਹ ਚੰਡੀ ਦੇ ਨਾਲ ਹੀ ਸਤਿਗੁਰੂ ਆਪਣਾ ਸਰੀਰ ਵੀ ਸੁਪੁਰਦ ਕਰਦੇ ਹਨ। ਤੁਰਕਨ ਸਿਰ ਭਈ ਬੁਰਾਈ, ਤੇ ਇਹ ਜਿਹੜੀ ਬੁਰਾਈ ਸੀ ਨਾ ਸਾਰੀ ਤੁਰਕਾਂ ਦੇ ਸਿਰ ਆਣ ਕੇ ਪੈ ਗਈ, ਕਿਉਂਕਿ ਜਿਉਂ-ਜਿਉਂ ਜ਼ੁਲਮ ਵਧਿਆ, ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਏ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਬਾਅਦ 14 ਜੰਗਾਂ ਲੜਦੇ ਨੇ, ਉਸ ਤੋਂ ਉਪਰੰਤ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੂੰ ਖੰਜਰ ਮਾਰਦੇ ਨੇ ਮੁਗਲ, ਇਹ ਵਜ਼ੀਰ ਖਾਨ ਦੇ ਭੇਜੇ ਹੋਏ। ਇਸ ਢੰਗ ਦੇ ਨਾਲ ਇਹ ਸਾਰੀ ਬੁਰਾਈ ਤੁਰਕਾਂ ਦੇ ਉੱਤੇ ਪੈ ਜਾਂਦੀ ਹੈ ਤੇ ਗੁਰੂ ਕਾ ਖਾਲਸਾ ਇਹਨਾਂ ਤੋਂ ਬਦਲਾ ਲੈਂਦਾ ਹੈ। ਇਹ ਜਿਹੜੀ ਸਾਰੀ ਵਾਰਤਾ ਸੀ ਨਾ ਸ਼ਾਹ ਆਲਮ ਗੌਰ ਅਲੀ ਨੇ ਅਖਤਰ ਲੋਨੀ ਨੂੰ ਦੱਸੀ ਨਹੀਂ। ਕਿਉਂ? ਇਹਦਾ ਕਾਰਨ ਕੀ ਸੀ? ਕਿਉਂਕਿ ਮੈਂ ਪਹਿਲਾਂ ਵੀ ਕੱਲ ਵੀ ਬੇਨਤੀ ਕੀਤੀ, ਬਾਬਾ ਬਗੇਲ ਸਿੰਘ ਸਾਹਿਬ ਨੇ ਜਦੋਂ ਮੱਜੀ ਸ਼ਾਹ ਨੂੰ ਦਬਕਾ ਮਾਰਦੇ ਤੇ ਸਾਰਾ ਰੋਲ ਕਰਵਾ ਦਿੰਦੇ ਸੀ। ਦਿੱਲੀ ਮਾਰੀ ਤੇ ਦਿੱਲੀ ਮਾਰੀ ਇੱਕ ਬਰਾਬਰ ਸੀ ਸਿੰਘਾਂ ਵਾਸਤੇ। ਆਇਆ ਸੀ ਵੀ ਪਠਾਨ ਚੜ ਕੇ ਆਏ, ਪਠਾਨਾਂ ਨੇ ਸਾਡਾ ਲੱਕ ਤੋੜਿਆ ਤੇ ਪਠਾਨਾਂ ਤੋਂ ਵੀ ਅਸੀਂ ਬਚ ਨਾ ਸਕੇ। ਜੇਕਰ ਇਹ ਸਿੰਘ ਆਏ ਤੇ ਸਿੰਘ ਵੀ ਸਾਨੂੰ ਲੁੱਟਦੇ ਨੇ, ਸਿੰਘ ਵੀ ਸਾਡੇ ਉੱਤੇ ਹੱਲਾ ਬੋਲ ਦਿੰਦੇ ਤੇ ਪੇਸ਼ ਕੋਈ ਜਾਂਦੀ ਨਹੀਂ।
ਉਸ ਸਮੇਂ ਸ਼ਾਹ ਆਲਮ ਦੇ ਮਨ ਵਿੱਚ ਇਹ ਵੇਖੇ ਆਇਆ ਵੀ ਇਹ ਅੰਗਰੇਜ਼ੀ ਤਾਕਤ ਬਹੁਤ ਵੱਡੀ ਹੈ, ਇਹਨਾਂ ਨੇ ਆਪਣਾ ਵਿਸਥਾਰ ਕੀਤਾ ਹੈ, ਕਿਉਂ ਨਾ ਅੰਗਰੇਜ਼ਾਂ ਦੇ ਹੱਥੋਂ ਮੈਂ ਸਿੰਘਾਂ ਨੂੰ ਮਰਵਾ ਦੇਵਾਂ ਤੇ ਸਾਡਾ ਰਾਜ ਇੱਥੇ ਭਾਗ ਰਵੇ। ਪਰ ਉਹਨੂੰ ਇਹਨਾਂ ਨਹੀਂ ਸੀ ਪਤਾ ਵੀ 3-4 ਤਾਕਤਾਂ ਨੇ ਜਿਹੜੀਆਂ ਦਿੱਲੀ ਉੱਤੇ ਕਾਬਜ ਹੋਣਾ ਚਾਹੁੰਦੀਆਂ ਨੇ। ਮੈਂ ਕੱਲ ਵੀ ਬੇਨਤੀ ਕੀਤੀ, ਇਹਦੇ ਕੋਈ ਵੀ ਵਾਰਤਾ ਯਾਨੀ ਕਿ ਖਾਲਸੇ ਪੰਥ ਦੀ ਪੁਸਤਕੀ ਕੋਈ ਵੀ ਸ਼ਾਹ ਆਲਮ ਗੌਰ ਅਲੀ ਨੇ ਅਖਤਰ ਲੋਦੀ ਨੂੰ ਦੱਸੀ ਨਹੀਂ। ਪੰਥ ਖਾਤਰ ਗੁਰੂ ਦੀ ਕਮਾਈ, ਜਿੰਨੀ ਕਮਾਈ ਗੁਰੂ ਨੇ ਪੰਥ ਖਾਤਰ ਕੀਤੀ। ਮਹਾਰਾਜ ਸਾਹਿਬ ਜੀਆਂ ਦੇ ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਮਹਿਮਾ ਸਵਈਆਂ ਦੇ ਅੰਦਰ ਬਚਨ ਕੀਤੇ ਨੇ, ਯੁੱਧ ਜਿਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਮਾਈ ਹੈ। ਉਹ ਕਮਾਈ ਜਿਹੜੀ ਸੀ ਨਾ ਉਹ ਵੀ ਅਖਤਰ ਲੋਦੀ ਨੇ ਫਰੰਗੀ ਨੂੰ ਦੱਸੀ ਨਹੀਂ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਮਾਈ, ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਕਮਾਈ। ਪਹਿਲਾਂ 3 ਸਿੱਖ ਸ਼ਹੀਦ ਹੋਣੇ, ਉਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਕੀਤੀ ਕਮਾਈ ਸੀ ਵੀ 3 ਸਿੱਖ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀ ਗਏ। ਕਿਉਂਕਿ ਅਸੀਂ ਪਿਛਲੇਰੇ ਦੀਵਾਨਾਂ ਦੇ ਵਿੱਚ ਬਚਨ ਵੀ ਪੜ੍ਹੇ ਨੇ, ਗੁਰੂ ਤੇ ਸਿੱਖ ਤੋਂ ਬਗੈਰ ਹੋ ਸਕਦਾ ਪਰ ਸਿੱਖ ਗੁਰੂ ਤੋਂ ਬਗੈਰ ਕਾਹੀ ਹੋਊਗਾ ਨਹੀਂ। ਇਹ ਯਾਦ ਰੱਖਣਾ। ਇਹ ਜਿਹੜੀ ਗੁਰੂਆਂ ਦੀ ਕੀਤੀ ਕਮਾਈ ਸੀ ਨਾ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰਾ ਉਮਰ ਪੈਦਲ ਯਾਤਰਾ ਕਰਕੇ ਦੁਨੀਆ ਨੂੰ ਲੋਕਾਈ ਨੂੰ ਅਕਾਲ ਪੁਰਖ ਦੇ ਨਾਲ ਜੋੜਿਆ। ਕਿੰਨੀ ਤਗੜੀ ਕਮਾਈ, ਉਹ ਕਮਾਈ ਜਿਹੜੀ ਸੀ ਉਹ ਦੱਸੀ ਨਹੀਂ। ਸੋ ਦੁਸ਼ਟ ਨੇ ਨਾਹੇ ਸੁਣਾਈ, ਤੇ ਇਹ ਦੁਸ਼ਟ ਸ਼ਾਹ ਆਲਮ ਸੀ, ਇਹਨੇ ਕੋਈ ਵੀ ਬਾਤ ਇਹਨਾਂ ਦੀ ਨਹੀਂ ਦੱਸੀ। ਦੋਹਰਾ ਆਪਾ ਪੀਏ ਪਰਾਧ ਬਿਨ ਸ਼ੀਰ ਖੋਰ ਕੁਰਬਾਨ। ਤੇ ਹੁਣ ਗੱਲ ਕਰਦੇ ਨੇ ਛੋਟੇ ਸਾਹਿਬਜ਼ਾਦਿਆਂ ਦੀ। ਅਪਰਾਧ, ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ। ਅਗਲਾ ਵਚਨ ਲਿਖਿਆ ਹੈ ਆਪ ਜਿਨ੍ਹਾਂ ਨੇ ਕੋਈ ਪਾਪ ਨਹੀਂ ਸੀ ਕੀਤਾ। ਸ਼ੀਰਪੁਰ ਬੱਚੇ, ਦੁੱਧ ਚੁੱਕਦੇ ਬੱਚਿਆਂ ਨੂੰ ਵਜ਼ੀਰ ਖਾਨ ਨੇ ਨੀਹਾਂ ਦੇ ਵਿੱਚ ਚਿਣ ਦਿੱਤਾ। ਨੀਹਾਂ ਦੇ ਵਿੱਚ ਚੜੇ ਜਾਣ ਤੋਂ ਬਾਅਦ ਨੀਂਹ ਕਿਸ ਤਰ੍ਹਾਂ ਡਿੱਗੀ, ਨੀਂਹ ਡਿੱਗਣ ਤੋਂ ਬਾਅਦ ਕਾਜ਼ੀ ਨੇ ਫਿਰ ਫਤਵਾ ਲਾਇਆ ਕਿ ਇਹਨਾਂ ਨੂੰ ਜ਼ਿਬਾ ਕਰ ਦਿਓ, ਜ਼ਿਬਾ ਕਰਕੇ ਇਹਨਾਂ ਨੂੰ ਸ਼ਹੀਦ ਕਰ ਦਿਓ। ਇਹ ਵੀ ਕੋਈ ਵਾਰਤਾ ਨਹੀਂ ਦੱਸੀ। ਇਹ ਦੋਸ਼ੇ ਫੜ ਗਲ ਕਟੇ ਕਹਿਓ ਨਾ ਉਹਨੇ ਹਵਾਲ। ਉਹਨਾਂ ਦਾ ਕੋਈ ਵੀ ਹਵਾਲਾ ਇਹਨੇ ਨਹੀਂ ਦਿੱਤਾ। ਉਹਨਾਂ ਬੇਦੋਸ਼ੇ ਸਾਹਿਬਜ਼ਾਦਿਆਂ ਨੂੰ ਜ਼ਿਬਾ ਕਰਕੇ ਤੇ ਇਸ ਦੁਨੀਆ ਦੇ ਉੱਤੋਂ ਸ਼ਹੀਦ ਕਰ ਦਿੱਤਾ ਗਿਆ। ਚੌਪਈ ਫਿਰ ਬਹਾਦਰ ਸ਼ਾਹ ਗੁਰ ਦੇਵ ਰਜਾਈ। ਤੇ ਹੁਣ ਚਲੋ ਬਗਾਨੇ ਦੀ ਤੇ ਕੀ ਉਸਤਤ ਕਰਨੀ, ਨੇ ਆਪਣਿਆਂ ਦੀ ਉਸਤਤ ਵੀ ਨਹੀਂ ਉਹਨੂੰ ਦੱਸੀ। ਬਹਾਦਰ ਸ਼ਾਹ ਗੁਰੂ ਕਲਗੀਧਰ ਮਹਾਰਾਜ ਕੋਲ ਫਰਿਆਦੀ ਹੋਇਆ। ਅੱਗੇ ਪ੍ਰਸੰਗ ਆਵੇਗਾ, ਮੈਂ ਤਾਂ ਕਰਕੇ ਸੰਖੇ ਬੇਨਤੀ ਕਰਦਾ। ਅੱਗੇ ਪ੍ਰਸੰਗ ਸਾਰਾ ਆਵੇਗਾ, ਕਿਵੇਂ ਫਰਿਆਦੀ ਹੁੰਦਾ ਤੇ ਮਹਾਰਾਜ ਕਿਵੇਂ ਇਹਨੂੰ ਰਾਜ ਲੈ ਕਰਕੇ ਦਿੰਦੇ ਨੇ, ਉਹ ਸਾਰੀ ਜੰਗ ਦਾ ਜ਼ਿਕਰ ਆਵੇਗਾ। ਇਹਨੇ ਸਾਡੀ ਤੇ ਉਸਤਤ ਕੀ ਕਰਨੀ ਸੀ ਫਰੰਗੀ ਦੇ ਕੋਲ, ਇਹਨੇ ਆਪਣੀ ਉਸਤਤ ਵੀ ਨਹੀਂ ਦੱਸੀ ਵੀ ਸਾਡੇ ਵੱਡੇ ਪੁਰਖੇ ਨੇ ਇਹਨਾਂ ਨੂੰ ਇਹਨਾਂ ਸਿੱਖਾਂ ਦੇ ਕਰਕੇ ਹੀ ਰਾਜ ਮਿਲਿਆ। ਇਹ ਸਿੱਖਾਂ ਦੀ ਬਦੌਲਤ ਹੈ, ਕਿਉਂਕਿ ਰਾਜ ਇੱਕ ਰੱਬੀ ਦਾਤ ਸੀ ਸਿੱਖਾਂ ਦੇ ਕੋਲ। ਮੇਰੀ ਬੇਨਤੀ ਸੁਣਿਆ ਜੀ, ਰਾਜ ਸੀ ਨਾ ਇੱਕ ਰਾਜ ਭਾਗ, ਇਹ ਰੱਬੀ ਦਾਤ ਸੀ ਸਿੱਖਾਂ ਦੇ ਕੋਲ। ਕਿਉਂਕਿ ਅਸੀਂ ਬਚਨ ਵੀ ਪੜ੍ਹਦੇ ਹਾਂ ਕਿ ਖਾਲਸੇ ਦੇ ਕੋਲੋਂ ਦੁਨੀਆ ਰਾਜ ਮੰਗਦੀ, ਕਿਉਂਕਿ ਰੱਬੀ ਦਾਤ ਸੀ। ਅੱਜ ਵੀ ਇਹ ਵਚਨ ਹੈ, ਅੱਜ ਵੀ ਇਹ ਵਚਨ ਮੌਜੂਦ ਹੈ। इधर फिर शाह बहादुर कहने गुरु कलगीधर महाराज को फरियादी होकर के ने सारा राज लिया है, ये भी बात नहीं दसी। पादशाह कीओ सब कला दिखाई। जिवें गुरु कलगीधर महाराज ने इस पादशाह के उत्ते कला बताई, उस कला का जिक्र भी नहीं किया। भेज बंदे को फिर कोहे नहीं। ते जदों ये एहसान फरामोश हो गया ना, बहादुर शाह महाराज ने वचन किया सी पर वचना तो मुकर गया। किहड़े वचनों अगां होणगे संखेप बेनती। ਇਹ ਬਹਾਦਰ ਸ਼ਾਹ ਬਚਨਾਂ ਤੋਂ ਮੁਕਰ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਜੇ ਸਿੱਖਾਂ ਦੇ ਉੱਤੇ ਚੜਾਈ ਕਰੇਗਾ, ਜੇ ਜ਼ੁਲਮ ਕਰੇਗਾ, ਬਾਬਰਾ ਤੇਰੀਆਂ ਜੜ੍ਹਾਂ ਦੁਨੀਆ ਦੇ ਉੱਤੋਂ ਪੁੱਟੀਆਂ ਜਾਣਗੀਆਂ। ਪਰ ਉਹ ਟਲਿਆ ਨਹੀਂ, ਹਟਿਆ ਨਹੀਂ, ਜੜ੍ਹਾਂ ਪੁੱਟੀਆਂ ਗਈਆਂ ਉਹਦੀਆਂ। ਇਸੇ ਢੰਗ ਦੇ ਨਾਲ ਫਿਰ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਤੋਰਿਆ, ਨਾਲੇੜ ਤੋਂ ਤੋਰਿਆ ਤੇ ਫਿਰ ਉਹਨੇ ਇਹਦੇ ਰਾਜ ਨੂੰ ਮਲੀਆ ਮੇੜ ਕਰ ਦਿੱਤਾ। ਤਤ ਖਾਲਸੇ ਪੈਸੋ ਆਈ। ਤੇ ਹੁਣ ਮੈਂ ਤਤ ਖਾਲਸੇ ਦੀ ਬਾਤ ਇੱਥੇ ਦੱਸਦਾ ਹਾਂ। ਕਹੀ ਨਾ ਗੱਲ ਵੋ ਕਰਨ ਕੀ ਔਰ ਕਹੀ ਨਾ ਗੱਲ ਵੋ ਪੰਥ। ਨਾ ਤੇ ਉਹਨੇ ਕੋਈ ਗੱਲ ਗੁਰੂਆਂ ਦੀ ਦੱਸੀ ਤੇ ਨਾ ਕੋਈ ਪੰਥ ਦੀ ਗੱਲ ਦੱਸੀ। ਹੁਣ ਪ੍ਰਗਿਆਨੀ ਰਤਨ ਸਿੰਘ ਜੀ ਪੰਗੂ ਲਿਖਦੇ ਨੇ ਤਤ ਖਾਲਸੇ ਦੀ ਬਾਤ ਹੈ, ਪਰ ਤਤ ਖਾਲਸੇ ਦੀ ਬਾਤ ਨਾ ਤੇ ਸ਼ਾਹ ਆਲਮ ਨੇ ਅਖਤਰ ਲੋਦੀ ਨੂੰ ਦੱਸੀ ਤੇ ਨਾ ਉਹਨੇ ਕੁਛ ਉਹ ਚੁੱਪ ਕਰਕੇ ਇਤਿਹਾਸ ਜਿਹੜਾ ਲਿਖੀ ਜਾਂਦਾ ਹੈ। ਕਿਉਂਕਿ ਇਤਿਹਾਸ ਉਹ ਸੁਣਦਾ ਪਿਆ ਹੈ ਨਾ, ਇਹਦਾ ਇਤਿਹਾਸ ਹੈ ਨਾ, ਉਹਨੇ ਗੱਲ ਕਹੀ ਸੀ ਕਿਉਂਕਿ ਅੰਗਰੇਜ਼ ਬੜੇ ਬੁੱਧੀਮਾਨ ਸਨ ਤੇ ਉਹਨੇ ਗੱਲ ਆਖੀ ਸੀ ਕਿ ਇਹ ਜਿਹੜਾ ਇਤਿਹਾਸ ਤੋਂ ਮੈਨੂੰ ਲਿਖਣਾ ਪਿਆ ਹੈ ਨਾ, ਇਹ ਇਤਿਹਾਸ ਮੈਂ ਬਾਹਰ ਫਰੰਗੀਆਂ ਦੇ ਉੱਥੇ ਆਪਣੇ ਦੇਸ਼ ਜਾ ਕਰਕੇ ਤੇ ਮਹਾਰਾਣੀ ਦੇ ਸਾਹਮਣੇ ਪੇਸ਼ ਕਰਨਾ ਇਤਿਹਾਸ।
ਤੇ ਫਿਰ ਇਹ ਇਤਿਹਾਸ ਲਿਖਿਆ ਜਾਵੇਗਾ। ਉਹਨੇ ਵਚਨ ਕਹਿ ਦਿੱਤਾ ਸੀ, ਪਰ ਇਹਦੇ ਬਾਵਜੂਦ ਵੀ ਨਾ ਤੇ ਉਹਨੇ ਕੋਈ ਸਿੱਖ ਗੁਰੂਆਂ ਦੀ ਗੱਲ ਕੀਤੀ ਤੇ ਨਾ ਪੰਥ ਦੀ ਗੱਲ ਕੀਤੀ ਹੈ। ਉੜਦੇ ਪੀਤੇ ਬਰਸਬੋ ਪਾਤਸ਼ਾਹ ਗੁਰ ਸੰਤ। ਤੇ ਇਹ ਉਹ ਵਚਨ ਕਿਹਾ ਕਿ ਇਹਦੇ ਰੁਲਦੇ ਫਿਰਦੇ ਨੇ, ਇਹਦੇ ਘੁਲਦੇ ਨੇ, ਨਾ ਇਹਨਾਂ ਦਾ ਕੋਈ ਪਿੰਡ ਹੈ, ਨਾ ਇਹਨਾਂ ਦਾ ਕੋਈ ਗ੍ਰਾਮ ਹੈ, ਇਹ ਤੇ ਰੁਲਦੇ ਫਿਰਦੇ ਜੁਰਾਈ ਪੇਸ਼ਾ ਕੌਮ ਹੈ, ਡਾਕੂਆਂ ਦੀ ਕੌਮ ਹੈ। ਜਿਹੜਾ ਜੀ ਕਰਦਾ ਉੱਥੇ ਪਿੰਡ ਲੁੱਟ ਲੈਂਦੇ ਨੇ ਤੇ ਰੁਲਦੇ ਫਿਰਦੇ ਨੇ, ਨੰਗੇ ਰਹਿੰਦੇ ਨੇ, ਪਿੰਡਾਂ ਕੋਈ ਘਰ ਨਹੀਂ, ਕੋਈ ਸਰੀਰ ਦੇ ਉੱਤੇ ਕੱਪੜਾ ਨਹੀਂ। ਤੇ ਸਾਨੂੰ ਤਰਸ ਆ ਗਿਆ ਇਹਨਾਂ ਦੇ ਉੱਤੇ ਵੀ ਪੰਜਾਬ ਦਾ ਕਿੱਦਾਂ ਦਿੰਦੇ ਨੇ, ਉੱਥੇ ਰਹੀ ਜਾਓ, ਉੱਥੇ ਰਾਜ ਕਰੀ ਜਾਓ। ਭਾਵ ਕਿ ਆਪਣੀ ਇੱਕ ਲੱਤ ਉੱਤੇ ਰੱਖਦਾ ਸੀ। ਕਦੇ ਉਹ ਵੀ ਸਮਾਂ ਸੀ ਜੇ ਸਮੇਂ ਨਾ ਤੈਮੂਰ ਖਾਨ ਦਾ ਜ਼ਿਕਰ ਕਰਦੇ ਆ ਨਾ, ਤੈਮੂਰ ਖਾਨ ਭਜਾਇਆ ਸਿੰਘਾਂ ਨੇ, ਆਵੇਗਾ ਬਚਨਗੜੀ ਸਿੰਘਾਂ ਨੇ ਭਜਾਇਆ ਤੇ ਜਾਂਦਾ ਜਾਂਦਾ ਤੈਮੂਰ ਖਾਨ ਨੇ ਨਾ ਲਹਿਣਾ ਸਿੰਘ ਪੰਗੀ ਮਿਸਰ ਦਾ ਸਰਦਾਰ, ਇਹ ਉਹਨਾਂ ਨੇ 3-4 ਬੋਰੀਆਂ, ਇੱਕ ਬਦਾਮ, ਕਾਜੂ, ਕਿਸ਼ਮਿਸ਼ ਔਰ ਇਹ ਜਿਹੜੀਆਂ ਕੀਮਤੀ ਚੀਜ਼ਾਂ ਨੇ ਬੀਜੀਆਂ ਤੇ ਇਹਨਾਂ ਨੂੰ ਤੈਮੂਰ ਖਾਨ ਨੇ ਸਰਦਾਰ ਲਹਿਣਾ ਸਿੰਘ ਨੂੰ ਭੇਟ ਕੀਤੀਆਂ ਵੀ ਆਹ ਲਓ। ਜਾਂਦਾ ਜਾਂਦਾ ਆਪਣੀ ਨਾਲ ਤੁੱਤੀ ਕਰਨੀ ਚਾਹੁੰਦਾ ਸੀ ਵੀ ਆਹ ਲਓ ਤੇ ਤੁਸੀਂ ਪੰਜਾਬ ਦੇ ਵਿੱਚ ਰਾਜ ਕਰੀ ਜਾਓ, ਉਹ ਪੰਜਾਬ ਦੇ ਵਿੱਚ ਰਾਜ ਕਰੀ ਜਾਓ। ਸਰਦਾਰ ਲਹਿਣਾ ਸਿੰਘ ਦੀ ਭਾਂਗੀ ਉਹਨਾਂ ਨੇ ਇੱਕ ਬੋਰੀ ਨਾ ਇਹਦੇ ਬਦਲੇ ਇਹ ਤੇ ਚੀਜ਼ਾਂ ਵਾਪਸ ਕਰਨੀਆਂ ਸੀ, ਇੱਕ ਬੋਰੀ ਭੁੱਜੇ ਛੋਲਿਆਂ ਦੇ ਨਾਲ ਭਰ ਦਿੱਤੀ, ਭੁੱਜੇ ਛੋਲਿਆਂ ਦੀ ਭਰ ਦਿੱਤੀ ਤੇ ਇਹਨੂੰ ਵਾਪਸ ਕਰ ਦਿੱਤਾ। ਉਹਦਾ ਸਾਰਾ ਗੁਰਤੀ ਜਾ ਤੂੰ ਕੌਣ ਹੁੰਦਾ ਹੈ ਸਾਨੂੰ ਰਾਜ ਬਖਸ਼ਣ ਵਾਲਾ? ਸਾਨੂੰ ਰਾਜ ਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਕਰਕੇ ਗਏ ਨੇ, ਪਾਤਸ਼ਾਹੀ ਪੰਥ ਨੂੰ ਗੁਰੂ ਕਲਗੀਧਰ ਮਹਾਰਾਜ ਦੇ ਕੇ ਗਏ ਨੇ, ਤੂੰ ਇਹਨਾਂ ਨੂੰ ਬਦਾਮ ਆਖਦਾ ਹੈ, ਅਸੀਂ ਆ ਭੁੱਜੇ ਛੋਲਿਆਂ ਨੂੰ ਬਦਾਮ ਆਖਦੇ ਨੇ। ਇਸ ਤਰ੍ਹਾਂ ਉਹਦੀ ਹੈਂਕੜ ਭੰਨ ਕਰਕੇ ਤੇ ਤੈਮੂਰ ਖਾਨ ਨੂੰ ਇੱਥੋਂ ਤੋਰਿਆ ਸੀ ਤੇ ਮੁਰਦਿਆਂ ਦੇ ਰਾਹ ਤੋਰਿਆ ਸੀ। ਆਵੇਗਾ ਬਚਨਗਾੜੀ ਇਸ ਢੰਗ ਦੇ ਨਾਲ ਨਾ ਤੇ ਉਹਨੇ ਪੰਥ ਦੀ ਕੋਈ ਗੱਲ ਕੀਤੀ, ਨਾ ਉਹਨੇ ਗੁਰੂਆਂ ਦੀ ਬਾਤ ਪਾਈ, ਸਾਧ ਸੰਗਤ ਦੀ ਸਾਰੇ ਦਾ ਸਾਰਾ ਕੁਫਰ ਬੋਲਿਆ ਤੇ ਸਾਰੇ ਦਾ ਸਾਰਾ ਝੂਠ ਬੋਲਿਆ ਹੈ। ਦੋਹਰਾ ਬੰਦ ਸਿੰਘ ਨੇ ਕਟਾਏ ਕੋਪਰੀ ਸਿਰ ਉਤਾਰ ਕੇ। ਜਿਵੇਂ ਫਿਰ ਸਿੰਘਾਂ ਦਾ ਬੰਦ ਕੱਟਿਆ ਗਿਆ, ਭਾਈ ਮਨੀ ਸਿੰਘ ਸਾਹਿਬ ਦਾ ਯਾਦ ਹੈ ਨਾ ਸਾਰਿਆਂ ਨੂੰ। ਬੰਦ ਕਿਹਦਾ ਕੱਟਿਆ ਗਿਆ ਸੀ? ਭਾਈ ਮਨੀ ਸਿੰਘ ਸਾਹਿਬ ਜੀ ਦਾ। ਜਿਵੇਂ ਬੰਦ ਕੱਟਿਆ ਗਿਆ, ਕਿਵੇਂ ਗੁਰੂ ਕੇ ਸਿੱਖ 22 ਦਿਨ ਬਿਨਾਂ ਖੋਪਰੀ ਤੋਂ ਜਿਉਂਦੇ ਰਹੇ ਭਾਈ ਤਾਰੂ ਸਿੰਘ ਸਾਹਿਬ, ਧੰਨ ਉਹਨਾਂ ਦੀ ਸ਼ਹਾਦਤ ਹੈ। ਇਹਨਾਂ ਗੁਰੂ ਕੇ ਸਿੱਖਾਂ ਦੀ ਸ਼ਹਾਦਤ ਦੇ ਉੱਤੇ ਬਚਨ ਆਉਂਦੇ ਨੇ, ਧੰਨ ਸਿੱਖੀ ਤੇ ਧੰਨ ਸਿੱਖੀ। ਇਹ ਹੈ ਸਾਧ ਸੰਗਤ ਦੀ ਸਿੱਖੀ ਦਾ ਸ਼ਿਖਰ, ਇਹ ਸਿੱਖੀ ਦਾ ਸ਼ਿਖਰ ਹੈ। ਨਿਮਰਤਾ ਦਾ ਸ਼ਿਖਰ ਵੇਖਣਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਪੜ੍ਹੋ ਤੇ ਨਿਮਰਤਾ ਦਾ ਸ਼ਿਖਰ ਮਿਲ ਜਾਵੇਗਾ। ਸਿੱਖੀ ਦਾ ਸ਼ਿਖਰ ਲੱਭਣਾ ਹੈ ਤੇ ਆਪਣੇ ਸ਼ਹੀਦਾਂ ਦਾ ਇਤਿਹਾਸ ਪੜ੍ਹੋ ਕਿ ਸਿੱਖੀ ਦਾ ਸ਼ਿਖਰ ਕੀ ਸੀ ਤੇ ਅਸੀਂ ਕਿੱਥੇ ਖਲੋਤੇ ਹਾਂ ਤੇ ਸਿੱਖੀ ਦਾ ਸ਼ਿਖਰ ਕਿੱਥੇ ਹੈ, ਕਿੱਧਰ ਨੂੰ ਸਾਨੂੰ ਪ੍ਰੇਰਦੀ ਹੈ। ਤੇ ਜਿਵੇਂ ਗੁਰੂ ਕੇ ਸਿੰਘਾਂ ਨੇ ਬੰਦ ਕਟਵਾਏ, ਕਿਵੇਂ ਗੁਰੂ ਕੇ ਸਿੰਘਾਂ ਨੇ ਖੋਪੜੀਆਂ ਲਵਾਈਆਂ, ਸ਼ਹੀਦਾਂ ਨੇ ਕਿਵੇਂ ਸਿਜਦਾ ਕਰਕੇ ਗੁਰੂ ਕਲਗੀਧਰ ਮਹਾਰਾਜ ਨੂੰ ਆਪਣੇ ਪੰਥ ਦੀ ਕਾਦਰ ਸਿੱਧ ਨਹੀਂ ਆ ਰਿਹਾ, ਉਹ ਬਚਨ ਵੀ ਨਹੀਂ ਦੱਸੇ। ਪਿੰਡ ਸੂਲ ਕਢਾਏ ਹਾਰ ਗਏ ਜਿਮਨ ਬਗਲ ਬਾਲ ਗਏ ਤੇ ਬਗਲ ਬਾਲ ਗਏ, ਪਿੰਡ ਸੂਲੀ ਲਗਾਏ। ਉਸ ਸਮੇਂ ਨਾ ਪਿੰਡਾਂ ਦੇ ਵਿੱਚ ਸਾਧ ਸੰਗਤ ਦੀ ਸੂਲੀਆਂ ਲਾਈਆਂ ਗਈਆਂ, ਕਿਉਂਕਿ ਜਿਹੜੇ ਪਿੰਡ ਵਿੱਚ ਸਿੰਘ ਵਾਸਾ ਕਰਦੇ ਸੀ ਨਾ, ਮੁਗਲ ਚੜ ਕਰਕੇ ਪਿੰਡ ਦਾ ਪਿੰਡ ਹੀ ਨਾਸ ਕਰ ਦਿੰਦੇ, ਭਾਵੇਂ ਸਿੰਘ ਉੱਤੇ ਹੋਣ ਜਾਂ ਨਾ ਹੋਣ, ਪਿੰਡਾਂ ਦੇ ਪਿੰਡ ਨਾਸ ਕਰ ਦਿੰਦੇ। ਇਹਨਾਂ ਖੌਫ ਸੀ ਸਿੰਘਾਂ ਦੇ ਕੋਲੋਂ ਡਰਦੀ ਸੀ ਹਕੂਮਤ ਵੀ ਕਿਤੇ ਇਹ ਸਿੰਘ ਵਾਸਾ ਕਰ ਦਿੱਤਾ ਤੇ ਇਹ ਸਾਡੇ ਤੇ ਰਾਜ ਕਰਨਗੇ ਰਾਜ। ਤੇ ਪਿੰਡਾਂ ਦੇ ਵਿੱਚ ਸੂਲੀਆਂ ਲਾਈਆਂ ਗਈਆਂ, ਚਰਖੜੀਆਂ ਲਾਈਆਂ ਗਈਆਂ ਪਿੰਡਾਂ ਦੇ ਵਿੱਚ ਵੀ ਜਿੱਥੇ ਕੋਈ ਸਿੰਘ ਦਿਖਦਾ ਹੈ ਨਾ, ਇਹ ਮੁਗਲਾਂ ਦੇ ਘਰ ਸੂਲੀਆਂ ਲੱਗੀਆਂ ਨੇ। ਯਾਨੀ ਰਤਨ ਸਿੰਘ ਜੀ ਇੱਥੇ ਲਿਖਦੇ ਨੇ, ਮੁਗਲਾਂ ਦੇ ਘਰ ਸੂਲੀਆਂ ਲੱਗੀਆਂ ਨੇ, ਚਰਖੜੀਆਂ ਲੱਗੀਆਂ ਨੇ ਕਿ ਜਿੱਥੋਂ ਕੋਈ ਸਿੰਘ ਲੱਭਦਾ ਹੈ ਤੇ ਸੂਲੀ ਦੇ ਚਾੜ ਦਿਓ, ਮੌਤ ਦੇ ਘਾਟ ਉਤਾਰ ਦਿਓ। ਇਹ ਆਪਣੇ ਪੁਰਖਿਆਂ ਦੀ ਵੀ ਕੋਈ ਗੱਲ ਨਹੀਂ ਦੱਸੀ। ਚੌਪਈ ਔਰ ਨਾਦਰ ਗੱਲ ਸਭ ਨਾ ਕਹੀ, ਤੇ ਨਾਦਰ ਦੀ ਵੀ ਕੋਈ ਗੱਲ ਨਹੀਂ ਦੱਸੀ। ਜਿਹਨੇ 70,000 ਪ੍ਰਾਣੀ ਇੱਕ ਦਿਨ ਦੇ ਵਿੱਚ ਮਾਰਿਆ, ਉਹਦੀ ਵੀ ਬਚਨ ਕੋਈ ਨਹੀਂ ਦੱਸਿਆ। ਦਿੱਲੀ ਲੁੱਟੀ ਜਿਨ੍ਹਾਂ ਕਤਲ ਕਰਹੀ, ਤੇ ਜਿਹਨੇ ਸਾਰੀ ਦਿੱਲੀ ਕਤਲ ਕਰਕੇ ਲੁੱਟ ਲਈ ਹੈ, ਉਸ ਕੋ ਭੀ ਸਿੰਘ ਲੁੱਟਦੇ ਰਹੇ। ਤੇ ਜਿਹਨੇ ਸਾਰੀ ਦਿੱਲੀ ਲੁੱਟੀ, ਜਿਹਨੇ 70,000 ਪ੍ਰਾਣੀ ਇੱਕ ਦਿਨ ਦੇ ਵਿੱਚ ਮਾਰਿਆ ਤੇ ਸਿੰਘਾਂ ਨੇ ਉਹਨੂੰ ਹੀ ਲੁੱਟ ਲਿਆ। ਉਹਦੇ ਨਾਦਰ ਸ਼ਾਹ ਇਰਾਨੀ ਸੀ। 1700 ਤੇ ਤਕਰੀਬਨ 1700 ਦੇ ਇਰਦ ਗਿਰਦ ਆਇਆ ਹੈ ਆਪਣੇ ਪੰਜਾਬ ਦੇ ਵਿੱਚ। ਇਹ ਜਦੋਂ ਲੁੱਟ ਕੇ ਕੀਤਾ ਤੇ ਇਹਨੇ ਦੇ ਕੁਝ ਮਾੜਾ ਮੋਟਾ ਹੀ ਸਮਾਨ ਲੁੱਟ ਕੇ ਖੜਿਆ, ਜਿੰਨਾ ਸਮਾਨ ਇਹ ਲੁੱਟਦਾ ਸੀ ਨਾ ਤੇ ਸਿੰਘ ਇਹਦੇ ਕੋਲ ਲੁੱਟ ਲੈਂਦੇ ਸੀ, ਅੱਲਾ ਮਾਰਦੇ ਸੀ ਇਹਦੇ ਉੱਤੇ। ਇਹਨੇ ਤੇ 70,000 ਬਹੁ ਬੇਟੀਆਂ ਜਿਹੜੀਆਂ ਸੀ ਸਿੰਘਾਂ ਨੇ ਛੁਡਾ ਕਰਕੇ ਤੇ ਘਰੇ ਪਜਾਈਆਂ ਇਹਦੀ ਕਿਆਦ ਵਿੱਚੋਂ। ਇਹ ਵੀ ਬਾਤ ਉਹਨੇ ਨਹੀਂ ਦੱਸੀ ਵੀ ਇਰਾਨੀ ਨੇ ਦਿੱਲੀ ਲੁੱਟੀ ਮਾਰ ਕੇ, ਤੇ ਫਿਰ ਇਰਾਨੀ ਨੂੰ ਈਰਾਨ ਤੋਂ ਨਾਦਰ ਸ਼ਾਹ ਆਇਆ, ਉਹਨੇ ਦਿੱਲੀ ਲੁੱਟੀ, 70,000 ਬੰਦਾ ਮਾਰਿਆ, ਸਾਰਾ ਸਾਜੋ ਸਮਾਨ ਲੁੱਟ ਲਿਆ। ਮੁਗਲ ਪਠਾਣਾ
कि मुगल पठाना पई लड़ाई गुरु ग्रंथ ਸਾਹਿਬ महाराज ये पंक्ति भी महाराज ਦੇ ਵਿੱਚ ਦਰਜ ਹੈ ਜਦੋਂ ਇਹ 70000 ਇਹਨੇ ਪ੍ਰਾਣੀ ਮਾਰਿਆ ਦਿੱਲੀ ਲੁੱਟ ਲਈ ਚੱਲਿਆ ਦਿੱਲੀ ਲੁੱਟ ਕਰਕੇ ਤੋਂ ਸਿੰਘਾਂ ਦੇ ਹੱਥਾਂ ਬੋਲ ਕੇ ਤੋਂ ਸਾਜਾ ਸਮਾਨ ਲੁੱਟ ਲਿਆ ਇਹ ਵੀ ਇਹਨੇ ਬਾਤ ਨਹੀਂ ਦੱਸੀ ਕਾਬਲ ਕੰਧਾਰ ਦੇ ਰਾਹੇ ਲੁੱਟ ਖੈ ਤੇ ਕਾਬਲਾਂ ਦੇ ਕਿਉਂਕਿ ਇਧਰੋਂ ਹੀ ਆਉਂਦੇ ਸੀ ਨਾ ਸਾਰੇ ਕਾਬਲ ਕੰਧਾਰ ਦੇ ਜਿੰਨੇ ਇਲਾਕੇ ਸੀ ਸਾਰੇ ਸਿੰਘਾਂ ਨੇ ਲੁੱਟੇ ਹਨ ਅਹਿਮਦ ਸ਼ਾਹ ਲਾਹੌਰ ਮਨ ਬਹਿ ਤੇ ਫਿਰ ਅਹਿਮਦ ਸ਼ਾਹ ਅਬਦਾਲੀ ਆਇਆ ਅਹਿਮਦ ਸ਼ਾਹ ਨੇ ਆਣ ਕੇ ਲਾਹੌਰ ਨੂੰ ਮੱਲਿਆ ਹੈ ਦਿੱਲੀ ਆਗਰੋ ਸਭ ਮਨ ਲਿਓ ਇਹਨੇ ਤੇ ਦਿੱਲੀ ਆਗਰਾ ਯਾਨੀ ਕਿ ਜਿੰਨਾ ਮਰਹੱਟਿਆਂ ਦਾ ਇਲਾਕਾ ਪੀਰੂ ਨੇ ਅੰਗਰੇਜ਼ਾਂ ਨੂੰ ਵੇਚਿਆ ਸੀ ਅੰਗਰੇਜ਼ ਇੱਥੇ ਤੇ ਮੁਗਲਾਂ ਦਾ ਰਾਜ ਸੀ ਮੁਗਲ ਕਹਿੰਦੇ ਸਾਡਾ ਤੇ ਅੰਗਰੇਜ਼ ਕਹਿੰਦੇ ਮੁੱਲ ਲਿਆ ਸਾਡਾ ਤੇ ਉਧਰੋਂ ਅਹਿਮਦ ਸ਼ਾਹ ਅਬਦਾਲੀ ਆਣ ਕੇ ਬਹਿ ਗਿਆ ਉਹ ਕਹਿੰਦਾ ਵੀ ਰਾਜ ਮੇਰਾ ਉਹਨੇ ਸਾਰਾ ਆਣ ਕੇ ਲੁੱਟ ਲਿਆ ਤੇ ਸਿੰਘ ਆਪਣਾ ਕਬਜ਼ਾ ਸਮਝਦੇ ਵੀ ਰਾਜ ਸਾਡਾ ਇਹ ਦਿੱਲੀ ਸਾਡੀ ਹੈ ਅਸੀਂ ਜਿੱਤੀ ਹੈ ਇਹ ਸਾਰੀ ਕਹਾਣੀ ਇਸ ਢੰਗ ਦੇ ਨਾਲ ਸਾਧ ਸੰਗਤ ਦੀ ਚੱਲਦੀ ਹੈ ਅੱਗੇ ਪ੍ਰਸੰਗ ਖੁਦ ਕੇ ਆਉਣਗੇ ਤੇ ਗ੍ਰੰਥ ਦੀ ਪਤਾਨਿਕਾ ਹੈ ਇਹਦੇ ਚੱਲਦੀ ਵੀ ਕਿਵੇਂ ਕਿਵੇਂ ਗ੍ਰੰਥ ਲਿਖਿਆ ਗਿਆ ਸਾਰਾ ਹੁਣ ਅਖਤਰ ਲੋਨੀ ਬੈਠਾ ਸੁਣਦਾ ਹੈ ਸ਼ਾਹ ਆਲਮ ਗੌਰ ਅਲੀ ਦੱਸਦਾ ਹੈ ਕਿ ਫਿਰ ਅਬਦਾਲੀ ਆਇਆ ਅਬਦਾਲੀ ਨੇ ਆਣ ਕਰਕੇ ਤੇ ਲਾਹੌਰ ਤੇ ਕਬਜ਼ਾ ਹੋਇਆ ਉਹਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਨਾਲ ਫਿਰ ਦਿੱਲੀ ਜਿੱਤੀ ਦਿੱਲੀ ਤੋਂ ਉਹਨੇ ਆਗਰਾ ਤੇ ਗੰਗ ਮਹਾਰਾਜ ਦਾ ਇਲਾਕਾ ਸਾਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਉਹ ਸਿੰਘਣ ਨੇ ਦਿਓ ਨਿਕਾਰ ਤੇ ਉਹ ਜਿਵੇਂ ਅਬਦਾਲੀ ਨੇ ਦਿੱਲੀ ਲੁੱਟੀ ਜਿਸ ਅਬਦਾਲੀ ਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਸਿੰਘਾਂ ਨੇ ਉਹਨੂੰ ਇਸ ਪੰਜਾਬ ਦੇ ਵਿੱਚੋਂ ਭਜਾਇਆ ਹੈ ਲੈ ਸਿੰਘਣ ਇਸ ਸੂਬੇ ਮਾਰ ਤੇ ਸਿੰਘਾਂ ਨੇ ਫਿਰ ਉਹਦਾ ਕੱਲਾ ਸੂਬਾ ਮਾਰਿਆ ਭਾਵ ਕੀ ਜਿੱਤਿਆ ਹੈ ਦੋਹਰਾ ਜਿਮ ਉਸ ਪੁੱਤਰ ਤਮੂਰ ਕੋ ਲੰਘਾਇਓ ਮਰਦਨ ਕੇ ਰਾਹੇ ਹੁਣ ਤਮੂਰ ਸ਼ਾਹ ਨੂੰ ਮੁਰਦਿਆਂ ਦੇ ਨਾਲ ਰਾਹ ਲਗਾਇਆ ਸਿੰਘਾਂ ਨੇ ਮੁਰਦਿਆਂ ਦੇ ਰਾਹ ਸਾਧ ਸੰਗਤ ਜੀ ਅਬਦਾਲੀ ਨੂੰ ਭਜਾ ਕੇ ਮਾਰਿਆ ਸਿੰਘਾਂ ਨੇ ਇਹਦਾ ਅੱਗੇ ਜ਼ਿਕਰ ਆਵੇਗਾ ਪਰ ਇੱਥੇ ਪ੍ਰਸੰਗ ਥੋੜਾ ਜਿਹਾ ਮੈਂ ਬੇਨਤੀ ਕਰਾਂ ਤੈਮੂਰ ਸ਼ਾਹ ਜਦੋਂ ਸਿੰਘਾਂ ਨੇ ਹੱਲਾ ਬੋਲਿਆ ਨਾ ਸਰਦਾਰ ਚੜ੍ਹਤ ਸਿੰਘ ਸਾਹਿਬ ਦੀ ਅਸੀਂ ਜਾਣਦੇ ਹਾਂ ਨਾ ਸਾਰੇ ਤੈਮੂਰ ਸ਼ਾਹ ਨੂੰ ਭਜਾਇਆ ਸਿੰਘਾਂ ਨੇ ਤੇ ਚੜ੍ਹਤ ਸਿੰਘ ਤੇ ਉਧਰ ਭਾਈ ਸੁੱਖਾ ਸਿੰਘ ਸਾਹਿਬ ਜੀ ਇਹਨਾਂ ਨਾਲ ਜੰਗ ਹੋਇਆ ਅੱਗੇ ਪ੍ਰਸੰਗ ਆਵੇਗਾ ਇਹ ਵੀ ਇਹਨਾਂ ਨਾਲ ਜਦੋਂ ਜੰਗ ਹੋਇਆ ਤੇ ਤੈਮੂਰ ਸ਼ਾਹ ਸਿੰਘਾਂ ਤੋਂ ਡਰ ਗਿਆ ਤੇ ਰਾਹ ਲਾਸ਼ਾਂ ਦੇ ਨਾਲ ਭਰਿਆ ਪਿਆ ਸੀ ਮੁਰਦਿਆਂ ਦੇ ਨਾਲ ਭਰਿਆ ਪਿਆ ਸੀ ਤੇ ਮੁਰਦਿਆਂ ਵਿੱਚ ਡੁੱਬ ਗਿਆ ਲਾਸ਼ ਬਣ ਗਿਆ ਇਹ ਕਿ ਜਿਵੇਂ ਮਰਿਆ ਬੰਦਾ ਪਿਆ ਹੁੰਦਾ ਮੁਰਦਿਆਂ ਦੇ ਵਿੱਚ ਇਸ ਢੰਗ ਦੇ ਨਾਲ ਇਹਨੇ ਆਪਣੀ ਜਾਨ ਬਚਾਈ ਸੀ ਸਿੰਘਾਂ ਦੇ ਕੋਲ ਤੈਮੂਰ ਸ਼ਾਹ ਅਬਦਾਲੀ ਨੂੰ ਭਜਾਇਆ ਨਾਦਰ ਨੂੰ ਭਜਾਇਆ ਤੇ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੂੰ ਇਸ ਇਹਨਾਂ ਨੇ ਪੰਜਾਬ ਤੋਂ ਭਜਾਇਆ ਹੈ ਉਹ ਤੇ ਲਾਗ ਨੇ ਕਰਕੇ ਹਮ ਗੁਲਾਮ ਆਦੇ ਇਤਨਾ ਹੈ ਤੇ ਹੁਣ ਅਬਦਾਲੀ ਨੇ ਨਾ ਪੰਜਾਬ ਵਾਲਿਆਂ ਨੂੰ ਸਾਧ ਸੰਗਤ ਜੀ ਯਾਨੀ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਤਲਾਕ ਦੇ ਦਿੱਤਾ ਇੱਕ ਹਿਸਾਬ ਦੇ ਨਾਲ ਇਹ ਤਲਾਕ ਦੇ ਦਿੱਤਾ ਵੀ ਤੁਸੀਂ ਪੰਜਾਬ ਦੇ ਰਾਜੇ ਤੁਸੀਂ ਰਾਜ ਕਰੋ ਮੇਰੇ ਹੱਥ ਜੁੜੇ ਜੇ ਮੈਂ ਤੁਹਾਡੇ ਕੋਲ ਹੁੰਦਾ ਨਹੀਂ ਅਬਦਾਲੀ ਨੇ ਤਲਾਕ ਦੇ ਦਿੱਤਾ ਕਿ ਮੇਰੀ ਔਲਾਦ ਵੀ ਇੱਥੇ ਨਹੀਂ ਆਵੇਗੀ ਸਾਧ ਸੰਗਤ ਜੀ ਕੋਈ ਸਮਾਂ ਸੀ ਅਬਦਾਲੀ ਦਾ ਪੋਤਰਾ ਵੀ ਇੱਥੇ ਆਇਆ ਆਵੇਗਾ ਪ੍ਰਸੰਗਾੜੀ ਕਿਵੇਂ ਸਿੰਘਾਂ ਨੇ ਭਜਾ ਕੇ ਇਹ ਭਜਾਏ ਨਹੀਂ ਪੰਜਾਬ ਮਗਰੇ ਜਾਂਦੇ ਸੀ ਸਿੰਘ ਤੇ ਆ ਪਰਸੋਂ ਚੌਥੇ ਨਾ ਸਬਰਾਵੀ ਵੀ ਇਹ ਗੱਲ ਹੋਈ ਪੈਂਡੇ ਖਾਂ ਚੜ ਕੇ ਆਏ ਅਨੰਦਪੁਰ ਸਾਹਿਬ ਭੀਮ ਚੰਦ ਦੇ ਕਹਿਣ ਦੇ ਉੱਤੇ ਪੈਂਡੇ ਖਾਂ ਨੂੰ ਮਹਾਰਾਜ ਨੇ ਆਪ ਜੀ ਨੇ ਮੂਵੀ ਦੇਖੀ ਹੋਵੇਗੀ ਇਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕੰਨ ਦੇ ਵਿੱਚ ਤੀਰ ਮਾਰਦੇ ਨੇ ਤੇ ਦੂਜੇ ਪਾਸੇ ਤੀਰ ਕਰ ਦਿੰਦੇ ਨੇ ਲਾਗੇ ਦੀਨਾ ਬੇਖਲੋਤਾ ਸੀ ਉਹਦੀ ਰੂਹ ਕੰਬ ਗਈ ਵੀ ਮਹਾਰਾਜ ਏਡੇ ਬੜੀ ਸਾਰਾ ਸਰੀਰ ਲੋਹੇ ਦੇ ਵਿੱਚ ਜੜਿਆ ਪਰ ਇੰਨੀ ਬੇਇੱਜ਼ਤੀ ਥਾਂ ਖਾਲੀ ਸੀ ਬੰਦੇ ਨੂੰ ਦੁਨੀਆ ਦੇ ਉੱਤੋਂ ਇਹ ਇਸ ਫਾਨੀ ਸੰਸਾਰ ਤੋਂ ਵਿਦਾ ਕਰਵਾ ਦਿੱਤਾ ਤੇ ਸਾਧ ਸੰਗਤ ਉਹ ਤੀਰ ਵੱਜਾ ਨਾ ਭਾਈ ਸੰਤੋਖ ਸਿੰਘ ਸਾਹਿਬ ਦੇ ਤੀਰ ਵੱਜਾ ਤੇ ਸਿਰ ਤੇ ਬੁਗੜ ਸੀ ਲੋਹੇ ਦਾ ਤੇ ਕਿਉਂਕਿ ਉਹਨੇ ਟੱਕਿਆ ਸੀ ਸਾਰਾ ਉਹ ਆਪਣਾ ਤੀਰ ਵੱਜਾ ਤੀਰ ਇਹਦੀ ਗਤੀ ਦੇ ਨਾਲ ਵੱਜਾ ਵੀ ਸਿਰ ਦੇ ਉੱਤੇ ਲੋਹੇ ਦਾ ਪਿਆ ਜਿਹੜਾ ਖੋਪਰ ਸੀ ਨਾ ਉਹਨੇ ਲੋਹੇ ਦਾ ਪਾਇਆ ਸੀ ਆਪਣੀ ਰੱਖਿਆ ਵਾਸਤੇ ਉਹ ਵੀ ਪਾਰ ਕਿਤੇ ਸਰ ਜ਼ਮੀਨ ਦੇ ਉੱਤੇ ਡਿੱਗ ਪਿਆ ਤੇ ਸਿਰ ਜਿਹੜਾ ਸੀ ਉਹ ਖਰਬੂਜੇ ਦੇ ਵਾਂਗ ਖੁੱਲ ਗਿਆ ਇੰਨੀ ਗਤੀ ਦੇ ਨਾਲ ਤੀਰ ਮਾਰਿਆ ਗੁਰੂ ਕਲਗੀਧਰ ਮਹਾਰਾਜ ਸਾਹਿਬ ਨੇ ਉੱਥੇ ਵੀ ਕਿ ਬਚਨ ਆਏ ਜਦੋਂ ਤੀਰ ਵੱਜਾ ਪੈਂਡੇ ਖਾਂ ਦੇ ਮੁਗਲ ਪਛਾਣ ਨੂੰ ਭੱਜੇ ਨੇ ਤੇ ਗੁਰੂ ਕੇ ਸਿੰਘ ਨੇ ਘੋੜੇ ਮਗਰ ਲਾ ਦਿੱਤੇ ਰੋਪੜ ਤੱਕ ਭਜਾਏ ਨੇ ਮੁਗਲ ਗੁਰੂ ਕੇ ਪਿਆਰਿਆਂ ਨੇ ਮਹਾਰਾਜ ਨੇ ਫਿਰ ਹੁਕਮਨਾਮਾ ਲਿਖ ਕਰਕੇ ਭੇਜਿਆ ਕੋਈ ਸਿੰਘੋ ਵਾਪਸ ਆ ਜਾਓ ਇਹਨਾਂ ਦੇ ਕੋਲ ਇੰਨੀ ਸਮਰੱਥਾ ਨਹੀਂ ਕਿ ਗੁਰੂ ਕੇ ਖਾਲਸੇ ਦੇ ਸਾਹਮਣੇ ਅੜ ਜਾਣ ਦੀਨਾ ਬੇਗ ਨੇ ਕਲਗੀਧਰ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਅੱਜ ਬਖਸ਼ ਦਿਓ ਮੁੜ ਕੇ ਖਾਲਸੇ ਦੇ ਅਸੀਂ ਕਦੇ ਮਗਰ ਨਹੀਂ ਆਵਾਂਗੇ ਮਹਾਰਾਜ ਕਹਿੰਦੇ ਨੇ ਅੱਜ ਜਿਹੜੀਆਂ ਕਲਮਾਂ ਤੋਂ ਪੜ੍ਹਨੀਆਂ ਪੜ੍ਹ ਲੈ ਅੱਜ ਤੋਂ ਬਾਅਦ ਨੂੰ ਇੱਕ ਸਵਾਸ ਨਹੀਂ ਸਤਿਗੁਰਾਂ ਨੇ ਇੱਕ ਵਾਰ ਦੇ ਨਾਲ ਉਹਦਾ ਵੀ ਸਿਰ ਧੜ ਤੋਂ ਅਲੱਗ ਕਰ ਦਿੱਤਾ ਪੜਿਓ ਕਿਤੇ ਇਤਿਹਾਸ 50 ਕੇ ਮਾਰੇ ਨੇ ਗੁਰੂ ਕੇ ਪਿਆਰਿਆਂ ਨੇ ਇੱਥੇ ਹੁਣ ਤੈਮੂਰ ਸ਼ਾਹ ਆਇਆ ਅਬਦਾਲੀ ਨੇ ਤਲਾਕ ਦੇ ਦਿੱਤਾ ਵੀ ਨਾ ਤੇ ਮੈਂ ਆਵਾਂਗਾ ਹੱਥ ਜੋੜ ਦਿੱਤੇ ਸਿੰਘਾਂ ਦੀ ਗਾੜੀ ਵੀ ਨਾ ਮੈਂ ਆਵਾਂਗਾ ਤੇ ਨਾ ਮੇਰੀ ਕੋਈ ਔਲਾਦ ਹੀ ਪੰਜਾਬ ਦੇ ਵਿੱਚ ਮੁੜ ਕੇ ਆਵੇਗੀ
ਚੌਪਈ ਫੇਰ ਪੋਤਰੇ ਉਸਕੇ ਆਏ। ਫਿਰ ਉਹਦੇ ਪੋਤਰੇ ਆਏ, ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਆਏ। ਸਾਧ ਸੰਗਤ ਜੀ, ਇਹ ਜਿੰਨੀ ਵਾਰਤਾ ਚੱਲਦੀ ਹੈ ਨਾ, ਇਹ ਸ਼ਾਹ ਆਲਮ ਗੌਰ ਅਲੀ ਨੇ ਅਕਤਰ ਲੋਨੀ ਨੂੰ ਕੁਝ ਵੀ ਨਹੀਂ ਦੱਸਿਆ। ਸਿੰਘਾਂ ਦੇ ਪ੍ਰਤੀ ਜ਼ਹਿਰ ਹੀ ਉਬੜਿਆ ਕਿ ਇਹ ਜਰਾਇਮ ਪੇਸ਼ਾ ਨੇ, ਡਾਕੂਆਂ ਦੀ ਕੌਮ ਨੇ, ਇਹ ਲੁੱਟਾਂ ਖੋਹਾਂ ਕਰਨ ਵਾਲੇ ਨੇ, ਕੋਈ ਘਰ ਨਹੀਂ, ਕੋਈ ਗਰਾਂ ਨਹੀਂ, ਤੇ ਅਸੀਂ ਤੇ ਤਰਸ ਕੀਤਾ, ਰਈਅਤ ਨੇ, ਸਾਡੀ ਪਰਜਾ ਨੇ। ਇਹ ਸਿੰਘਾਂ ਦੀਆਂ ਬਹਾਦਰੀਆਂ ਦਾ ਜ਼ਿਕਰ ਨਹੀਂ ਕੀਤਾ। ਗਿਆਨੀ ਰਤਨ ਸਿੰਘ ਜੀ ਪੰਗੂ ਅੱਗੇ ਲਿਖਦੇ ਨੇ, ਫਿਰ ਅਬਦਾਲੀ ਦਾ ਪੋਤਰਾ ਤੈਮੂਰ ਖਾਨ ਦਾ ਪੁੱਤਰ ਆਇਆ, ਤੇ ਤੈਮੂਰ ਖਾਨ ਦੇ ਪੁੱਤਰ ਨੂੰ ਵੀ ਸਿੰਘਾਂ ਨੇ ਇਸ ਲਾਹੌਰ ਸ਼ਹਿਰ ਦੇ ਤੋਂ ਭਜਾਇਆ ਹੈ। ਸੋ ਖਾਲਸੇ ਮਾਰ ਹਟਾਏ, ਤੇ ਉਹਨਾਂ ਨੂੰ ਵੀ ਖਾਲਸੇ ਨੇ ਮਾਰ ਕੇ ਹਟਾ ਦਿੱਤਾ। ਕਿਵੇਂ ਹਟਾਇਆ? ਜਦੋਂ ਤੈਮੂਰ ਖਾਨ ਆਇਆ ਨਾ, ਉਹਦਾ ਪੁੱਤਰ ਅਬਦਾਲੀ ਦਾ ਪੋਤਰਾ ਆਇਆ ਤੇ ਇਹਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਨਾ ਕਰਕੇ। ਉਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਉਮਰ ਤਕਰੀਬਨ 17-18 ਵਰਿਆਂ ਦੀ ਸੀ, ਵੀ ਪਰ ਜਵਾਨੀ ਦੇ ਵਿੱਚ ਹੀ ਸ਼ੇਰੇ ਪੰਜਾਬ। ਜਦੋਂ ਇਹ ਲਾਹੌਰ ਦੇ ਉੱਤੇ ਕਾਬੂ ਹੋਇਆ ਨਾ, ਅਬਦਾਲੀ ਦਾ ਪੋਤਰਾ ਲਾਹੌਰ ਦੇ ਉੱਤੇ ਕਾਬੂ ਦੇ ਸਾਹਮਣ ਬੁਰਜ ਵਿੱਚ ਜਾ ਕਰਕੇ ਬੈਠਾ ਸੀ। ਇਧਰੋਂ ਜਦੋਂ ਪਤਾ ਲੱਗਾ ਵੀ ਅਬਦਾਲੀ ਦਾ ਪੋਤਰਾ ਲਾਹੌਰ ਦੇ ਉੱਤੇ ਕਾਬੂ ਹੋਇਆ ਹੈ, ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ 94 ਸਿੰਘਾਂ ਦਾ ਜਥਾ ਲੈ ਕਰਕੇ ਲਾਹੌਰ ਦੇ ਅੰਦਰ ਵੜਦਿਆਂ ਸਾਰ ਅਕਾਲ ਦੇ ਜਕਾਰੇ ਲਾਉਂਦੇ ਤੇ ਸਿੱਧੀਆਂ ਸਾਹਮਣ ਬੁਰਜ ਨੂੰ ਬੰਦੂਕਾਂ ਕਰਕੇ ਤੇ ਗੋਲੀਆਂ ਚਲਾ ਦਿੱਤੀਆਂ। ਸਿੱਧੀਆਂ ਗੋਲੀਆਂ ਜਦੋਂ ਚੱਲੀਆਂ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਸਾਹਮਣ ਬੁਰਜ ਦੇ ਸਾਹਮਣੇ ਖਲੋਤੇ ਨੇ, ਤੇ ਗੁਰੂ ਕੇ ਸਿੰਘ ਪਿਆਰੇ ਸ਼ੇਰ ਨੇ ਅਬਦਾਲੀ ਦੇ ਪੋਤਰੇ ਨੂੰ ਬੰਗਾਰ ਕਰਕੇ ਗੱਲ ਆਖੀ, ਚੜਤ ਸਿੰਘ ਦਾ ਪੋਤਰਾ ਤੈਨੂੰ ਬੰਗਾਰਦਾ, ਇੱਧਰ ਮੇਰੇ ਨਾਲ 2 ਹੱਥ ਕਰ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ, ਤੂੰ ਅਬਦਾਲੀ ਦਾ ਪੋਤਰਾ ਤੇ ਮੈਂ ਚੜਤ ਸਿੰਘ ਦਾ ਪੋਤਰਾ ਤੈਨੂੰ ਬੰਗਾਰਦਾ। ਤੇ ਸਾਧ ਸੰਗਤ ਜੀ, ਸ਼ੇਰੇ ਪੰਜਾਬ ਦੀ ਆਵਾਜ਼ ਸੁਣ ਕੇ ਤੇ ਅਬਦਾਲੀ ਦਾ ਪੋਤਰਾ ਸੀ ਜਿਹੜਾ ਸੀ, ਉਹ ਬਾਹਰ ਨਹੀਂ ਸੀ ਆਇਆ, ਖਾਲਸੇ ਦੀ ਸ਼ਰਨ ਵਿੱਚ ਪੈ ਗਿਆ ਸੀ। ਗੋਲੀਆਂ ਸੁਣ ਕਰਕੇ ਵੀ ਇਹ ਫੌਜ ਕਿਧਰੋਂ ਕਿਆ ਕਰਕੇ ਆ ਗਈ। ਮੇਰੇ ਕਹਿਣ ਤੋਂ ਮੁਰਾਦ ਅਬਦਾਲੀ ਦੇ ਪੋਤਰੇ ਆਏ, ਇਧਰ ਗੁਰੂ ਕੇ ਚੜਤ ਸਿੰਘ ਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਉਹ ਰਾਜ ਖੋਇਆ, ਸਾਹਮਣ ਬੁਰਜ ਦੇ ਵਿੱਚੋਂ ਭਜਾ ਕੇ ਉਹਦੀ ਫੌਜ ਨੂੰ ਮਾਰਿਆ ਹੈ। ਇਹ ਵੀ ਗੱਲ ਨਹੀਂ ਦੱਸੀ। ਪੰਥ ਆਦਿ ਤੇ ਘੁਲਦੇ ਆਇਓ, ਤੇ ਪੰਥ ਦੇ ਆਦਿ ਤੋਂ ਹੀ ਘੁਲਦਾ ਆਇਆ, ਖੰਡੇ ਦੀ ਧਾਰ ਤੇ ਨੱਚਦਾ ਆਇਆ ਹੈ। ਦੁਸ਼ਟ ਪਾਤਸ਼ਾਹ ਰਹਿਤ ਸੁਣਾਇਓ, ਤੇ ਇਹਨੇ ਦੁਸ਼ਟ ਪਾਤਸ਼ਾਹ ਨੇ, ਸ਼ਾਹ ਆਲਮ ਦੁਸ਼ਟ ਬੰਦੇ ਨੇ, ਇਹਨਾਂ ਨੂੰ ਰਈਅਤ ਦੱਸਿਆ ਹੈ, ਜਿਹੜੇ ਕੁੱਲ ਦੁਨੀਆ ਦੇ ਮਾਲਕ ਨੇ, ਜਿਨ੍ਹਾਂ ਦੇ ਸ਼ਰਨ ਵਿੱਚ ਆਣ ਕਰਕੇ ਲੋਕ ਸ਼ਰਨਾਰਥੀ ਹੋ ਕਰਕੇ ਇਹ ਗੱਲ ਕਹਿੰਦੇ ਨੇ। ਅਸੀਂ ਇੱਕ ਕਹਾਵਤ ਪੜ੍ਹਦੇ ਹਾਂ, ਪੰਜਾਬੀ ਦੇ ਵਿੱਚ ਪੜ੍ਹਦੇ ਹਾਂ, ਆ ਕਹੇ ਨਿਹੰਗ ਬੂਆ ਖੋਲਦੇ ਨੇ ਸਾਨੂੰ। ਇਹ ਵਚਨ ਪੜ੍ਹਦੇ ਆ ਨਾ ਅਸੀਂ। ਤੇ ਜਿਨ੍ਹਾਂ ਦੇ ਕੋਲ ਲੋਕੀ ਸ਼ਰਨ ਲੈਂਦੇ ਨੇ, ਜਿਨ੍ਹਾਂ ਦੇ ਕੋਲ ਦੁਨੀਆ ਰਾਜ ਮੰਗਦੀ ਹੈ, ਜਿਨ੍ਹਾਂ ਦੀ ਬਦੌਲਤ ਰਾਜ ਕਰਦੀ ਹੈ ਦੁਨੀਆ, ਉਹਨਾਂ ਨੂੰ ਇਸ ਦੁਸ਼ਟ ਬਾਦਸ਼ਾਹ ਨੇ ਰਈਅਤ ਪਰਜਾ ਦੱਸਿਆ ਹੈ। ਦੋਹਰਾ ਦੁਸ਼ਟ ਦੁਸ਼ਟਾਈ ਨਹਿ ਤਜੈ, ਅਤਿਮ ਸਰਪ ਤਜੈ ਬਿਕਨਾ ਹੈ। ਇੱਥੇ ਗਿਆਨੀ ਰਤਨ ਸਿੰਘ ਜੀ ਪੰਗੂ ਲਿਖਦੇ ਨੇ, ਦੁਸ਼ਟ ਬੰਦਾ ਆਪਣੀ ਦੁਸ਼ਟਾਈ ਨਹੀਂ ਛੱਡਦਾ, ਜਿਵੇਂ ਸੱਪ ਆਪਣੀ ਜ਼ਹਿਰ ਨਹੀਂ ਛੱਡਦਾ। ਸਰ ਦੁੱਧ ਪਲਾਈਐ, ਡੰਗ ਮਾਰਨ ਤੇ ਨਾ ਟਲਾਹੇ। ਜਿੰਨਾ ਮਰਜ਼ੀ ਸੱਪ ਨੂੰ ਦੁੱਧ ਪਿਆ ਦਈਏ, ਪਰ ਉਹ ਡੰਗ ਮਾਰਨ ਤੋਂ ਹਟਦਾ ਨਹੀਂ। ਚੌਪਈ ਕੋ ਨ ਕਹੀਨ ਸਾਚੀ ਬਾਤ, ਇਸ ਸ਼ਾਹ ਆਲਮ ਨੇ ਅਕਤਰ ਲੋਨੀ ਨੂੰ ਕੋਈ ਵੀ ਸੱਚੀ ਬਾਤ ਜਿਹੜੀ ਉਹ ਨਹੀਂ ਦੱਸੀ ਵੀ ਖਾਲਸੇ ਪੰਥ ਦੀ ਕੀ ਜਾਂ ਬਦਲਾਅ ਸੀ, ਖਾਲਸੇ ਪੰਥ ਦਾ ਕੀ ਚੜ੍ਹ ਸੀ। ਉਸ ਸਮੇਂ ਗੁਰੂ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਤਰਹੇ ਸਿੰਘ ਜੋਧਾ, ਜਗੇ ਸਿੰਘ ਜੋਧਾ, ਤਲਹੇ ਦੀਪ ਕੇਸਾ, ਇਹ ਵਚਨ ਜਿਹੜੇ ਨੇ ਇਹ ਕਿਵੇਂ ਉਵਾਰਦੇ ਹੋਏ ਦੁਨੀਆ ਦੇ ਉੱਤੇ ਕਿਵੇਂ ਪਾਤਸ਼ਾਹੀ ਗੁਰੂ ਕੇ ਖਾਲਸੇ ਨੇ ਪ੍ਰਗਟ ਕੀਤੀ। ਬਾਬਾ ਬਗੇਲ ਸਿੰਘ ਸਾਹਿਬ ਜੀ ਕਿਵੇਂ ਦਿੱਲੀ ਨੂੰ ਜਿੱਤਦੇ ਨੇ, ਕਿਵੇਂ ਸ਼ਾਹ ਆਲਮ ਨੂੰ ਦਬਕਾ ਮਾਰ ਕੇ ਉਹ ਰਸਤਾ ਪਾਣੀ ਲੈ ਲੈਂਦੇ ਨੇ। ਇਹ ਸਾਰੀ ਵਾਰਤਾ ਮਹਾਰਾਜ ਸਾਹਿਬ ਜੀ ਦਾ ਪੰਥ ਜਦੋਂ ਮੱਲਾ ਕੱਢਦਾ, ਉਸ ਸਮੇਂ ਮੱਲੇ ਨਹੀਂ ਨਿਕਲਦੇ ਸਨ। ਇਹ ਨਹੀਂ ਵੀ ਅੱਜ ਹੀ ਮੱਲੇ ਨਿਕਲਦੇ, ਆਦ ਕਾਲ ਤੋਂ ਇਹ ਰੀਤ ਹੈ, ਮੱਲੇ ਨਿਕਲਦੇ। ਗੁਰੂ ਕੇ ਸਿੰਘਾਂ ਨੇ ਮੱਲੇ ਸਮੇਤ ਹੀ ਦਿੱਲੀ ਆਇਆ, ਮੱਲੇ ਸਮੇਤ ਹੀ ਦਿੱਲੀ ਆਣ ਕਰਕੇ ਤੇ ਇੱਥੇ ਡੇਰਾ ਲਾ ਲੈਣਾ, ਇੱਥੇ ਆਪਣੇ ਪ੍ਰਾਗ ਕਰ ਲੈਣੇ। ਇਹ ਸਾਰਾ ਜਾਗੋ ਜਾਲ ਪੰਥ ਦਾ ਨਹੀਂ ਸੀ ਦੱਸਿਆ। ਇਹ ਸਾਰੀ ਝੂਠ ਦੀ ਸਾਖੀ ਜਿਹੜੀ ਸੀ, ਕੋਈ ਵੀ ਗੱਲ ਉਹਨੇ ਸੱਚੀ ਨਹੀਂ ਦੱਸੀ। ਇਹਦਾ ਕਾਰਨ ਇੱਕੋ ਸੀ ਵੀ ਇਹ ਉਭਰਦੀ ਸ਼ਕਤੀ ਹੈ। ਅੰਗਰੇਜ਼ ਆਏ ਨੇ, ਪੀਰੂ ਕੋ ਇਹਨਾਂ ਨੇ ਰਾਜ ਮੁੱਲ ਲਿਆ, ਤੇ ਜੇ ਇਹ ਮੁੱਲ ਕਿਉਂਕਿ ਚੀਜ਼ ਮੁੱਲ ਖਰੀਦੀ ਹੋਵੇ ਤੇ ਕੋਈ ਦੂਜਾ ਦਾਅਵਾ ਕਰੇ ਤੇ ਫਿਰ ਬੰਦਾ ਚੁੱਪ ਥੋੜੀ ਰਹਿੰਦਾ ਹੈ। ਹੁਣ ਮੁੱਲ ਖਰੀਦਿਆ ਰਾਜ ਅੰਗਰੇਜ਼ਾਂ ਨੇ, ਕਿਉਂਕਿ ਪੀਰੂ ਤੋਂ ਮੁੱਲ ਖਰੀਦਿਆ ਮਰਾਠਿਆਂ ਦਾ ਰਾਜ ਅੰਗਰੇਜ਼ਾਂ ਨੇ। ਹੁਣ ਬਾਬਾ ਬਗੇਲ ਸਿੰਘ ਸਾਹਿਬ ਜੀ ਦਾਅਵਾ ਕਰਦੇ ਨੇ ਕਿ ਸਿੰਘਾਂ ਦੀ ਦਿੱਲੀ ਪਹੁੰਚ ਗਏ ਨੇ। ਹੁਣ ਇਹਦੇ ਮਨ ਦੇ ਵਿੱਚ ਸੀ ਸ਼ਾਹ ਆਲਮ ਦੇ ਵੀ ਜੇ ਮੈਂ ਸਿੰਘਾਂ ਦੀ ਕੋਈ ਗੱਲ ਸੱਚੀ ਨਾ ਦੱਸੀ, ਜੇ ਮੈਂ ਕੋਈ ਗੱਲ ਨਾ ਦੱਸੀ ਤੇ ਫਿਰ ਆਪਸ ਵਿੱਚ ਇਹਨਾਂ ਦਾ ਵਿਰੋਧ ਹੋਵੇਗਾ, ਇਹਨਾਂ ਨੂੰ ਇਹਨਾਂ ਦੇ ਨਾਲ ਲੜਾ ਦੇਣਾ ਹੈ ਕਿ ਅਸੀਂ ਰਮਾਨ ਨਾਲ ਰਾਜ ਕਰਾਂਗੇ। ਕਿਉਂਕਿ ਰਾਜਨੀਤਿਕ ਬੰਦਾ ਹੈ ਨਾ ਜਿਹੜਾ, ਗੱਲ ਯਾਦ ਰੱਖਿਆ ਜੀ, ਰਾਜਨੀਤਿਕ ਬੰਦਾ
ਉਹ ਜਦੋਂ ਵੀ ਰਾਜ ਦੀ ਗੱਲ ਚੱਲੇਗੀ, ਕੁਰਸੀ ਦੀ ਗੱਲ ਚੱਲੇਗੀ, ਉਹ ਫਿਰ ਆਪਣਾ ਪਰਾਇਆ ਨਹੀਂ ਜੀ ਵੇਖਦਾ ਗੜੀ, ਨਾ ਕਿਸ ਦਾ ਨੁਕਸਾਨ ਨਫਾ ਪਏਗਾ। ਤਿੰਨ ਤਰ੍ਹਾਂ ਦੀ ਨੀਤੀ ਦੁਨੀਆ ਦੇ ਉੱਤੇ ਕਾਇਮ ਹੈ। ਉਹਦੇ ਵਿੱਚੋਂ ਕੁਟਲ ਨੀਤੀ ਹੈ ਜਿਹੜੀ ਉਹ ਸਭ ਤੋਂ ਵੱਧ ਰਾਜਨੀਤੀ ਦੇ ਵਿੱਚ ਕੀਤੀ ਜਾਂਦੀ ਹੈ। ਇਹਨੂੰ ਸਿਆਸਤ ਅਸੀਂ ਕਹਿੰਦੇ ਆ, ਪਰ ਸਿੱਖ ਰਾਜਨੀਤੀ ਇਹ ਤੋਂ ਉਲਟ ਹੈ। ਰਾਜਨੀਤੀ ਨਾ ਜਿਹੜੀ ਉਹ ਰਾਜ ਪ੍ਰਮੁੱਖ ਰੱਖਦੀ ਹੈ ਤੇ ਧਰਮ ਨੂੰ ਪਿੱਛੇ ਰੱਖਦੀ ਹੈ, ਪਰ ਸਿੱਖ ਦੀ ਨੀਤੀ ਧਰਮ ਅੱਗੇ ਹੁੰਦਾ ਹੈ ਤੇ ਰਾਜਨੀਤੀ ਪਿੱਛੇ ਹੁੰਦੀ ਹੈ। ਇਹ ਫਰਕ ਹੈ। ਤੇ ਰਾਜਨੀਤਿਕ ਬੰਦਾ ਆਪਣੀ ਪਰਜਾ ਨੂੰ ਮਰਵਾ ਦਿੰਦਾ ਹੈ ਤੇ ਆਪ ਮਗਰ ਹੋ ਕੇ ਤੇ ਤਮਾਸ਼ਾ ਵੇਖਦਾ ਹੈ। ਪਰ ਜਿਹੜਾ ਸਿੱਖ ਯੋਧਾ ਹੈ, ਜਿਹਦੀ ਬਾਤ ਕਬੀਰ ਸਾਹਿਬ ਜੀ ਕਰਦੇ ਨੇ, ਨਾਣਾ ਨਾ ਬੂਤੋ ਨਾ ਮੇਹੀ ਕਰੈ, ਨਾ ਨਿਗਰ ਨਾ ਹੁਣ ਸੰਚਰੈ, ਧਨ ਜਨਮ ਦਾਹੀ ਕੋ ਗਣੈ, ਉਹ ਆਪ ਅੱਗੇ ਡੇਗ ਡਾਉਂਦਾ ਹੈ ਤੇ ਪਰਜਾ ਦੀ ਰੱਖਿਆ ਕਰਦਾ ਹੈ। ਇਹ ਫਰਕ ਹੈ। ਇਹ ਸਿਧਾਂਤ ਸਤਿਗੁਰਾਂ ਨੇ ਦਿੱਤੇ ਨੇ। ਇਹ ਸਿਧਾਂਤ ਹੀ ਅਸੀਂ ਇਹਦੇ ਵਿੱਚ ਵਰਤ ਰਹੇ ਨਹੀਂ ਵੀ ਅਸਲ ਦੇ ਵਿੱਚ ਹੈ ਕੀ ਚੀਜ਼। ਉਹਨੇ ਕੋਈ ਵੀ ਸੱਚੀ ਗੱਲ ਨਹੀਂ ਦੱਸੀ। ਝੂਠ ਕਹਿਓ ਮਨ ਸਮਝ ਸੁਘਾਤ, ਉਹਨੇ ਫਿਰ ਮਨ ਦਾ ਘਾਤ ਕੀਤਾ, ਵਿਸ਼ਵਾਸਘਾਤ ਕਰਕੇ ਤੇ ਝੂਠਾ ਸੱਚਾ ਗਣ ਦਿੱਤਾ ਹੈ। ਉਹਨੇ ਕਹਿਓ ਤੇ ਜਰਨੈਲ ਲਿਖ ਧਰਿਓ, ਤੇ ਫਿਰ ਜਿਵੇਂ ਜਿਵੇਂ ਸ਼ਾਹ ਆਲਮ ਗੌਰ ਅਲੀ ਦਿੱਲੀ ਦੇ ਬਾਦਸ਼ਾਹ ਨੇ ਸਾਰੀ ਵਾਰਤਾ ਦੱਸੀ ਹੈ, ਅੰਗਰੇਜ਼ ਜਰਨਲ ਨੇ ਉਵੇਂ ਤਰ੍ਹਾਂ ਉਹ ਬਾਤ ਲਿਖੀ ਹੈ। ਸੱਚ ਝੂਠ ਤਾਂ ਬਣਹਿ ਬਚਰਿਓ, ਉਹਨੇ ਫਿਰ ਉਸ ਸਮੇਂ ਕੋਈ ਸੱਚ ਜਾਂ ਝੂਠ ਜਿਹੜਾ ਵਿਚਾਰਨਾ ਨਹੀਂ ਕੀਤਾ। ਤੁਰਕ ਹਿੰਦੂ ਕੋ ਬੈਰ ਹੁੰਦੋ ਆਦ, ਤੇ ਹੁਣ ਜਦੋਂ ਤੁਰਕਾਂ ਦਾ ਤੇ ਹਿੰਦੂਆਂ ਦਾ ਬੜਾ ਵੈਰ ਸੀ, ਇਹ ਵੀ ਗੱਲ ਨਹੀਂ ਦੱਸੀ, ਕਿਉਂਕਿ ਇੱਕ ਪਾਸੇ ਹਿੰਦੁਸਤਾਨ ਦੇ ਲੋਕ ਨੇ, ਇੱਕ ਪਾਸੇ ਮੁਗਲਿਆ ਸਲਤਨਤ ਹੈ ਤੇ ਉਹ ਆਪਣੇ ਧਰਮ ਦਾ ਵਿਸਤਾਰ ਕਰਨੀ ਚਾਹੁੰਦੀ, ਆਪਸ ਦੇ ਵਿੱਚ ਫੁੱਟ ਸੀ। ਇਹ ਭਾਈ ਗੁਰਦਾਸ ਦੀਆਂ 12 ਤੋਂ ਤੁਹਾਨੂੰ ਮਿਲੇਗਾ। ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੋਂ ਪਹਿਲਾਂ ਵੀ ਇਹ ਹਾਲਾਤ ਸਨ, ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਤਾਂ ਹੀ ਇਹ ਵਚਨ ਲਿਖੇ ਨਾ, ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਦੂਰ, ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ। ਪੂਰੇ ਵਚਨ ਤਾਂ ਹੀ ਸਤਿਗੁਰਾਂ ਨੇ ਲਿਖੇ ਸੀ। ਆ ਵਚਨ ਪੜੋ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ, ਗਿਆਨ ਵੀ ਲਾਲੋ ਪਾਪ ਕੀ ਜਾਨ ਲੈ, ਕਾਬਲ ਹਟਾਇਆ ਦੂਰੀ ਮੰਗਿਆ ਦਾਨ ਵੀ ਲਾਲੋ, ਸਰਬ ਧਰਮ ਦੋਏ ਸ਼ਬਦ ਖੜੋਏ ਕੂਰ ਕਰੇ ਪ੍ਰਦਾਨ ਵੀ ਲਾਲੋ, ਕਾਲੀਆਂ ਬਾਹਮਣਾ ਕੀ ਗੱਲ ਥਕੀ ਅਗਦ ਪੜੇ ਸ਼ੈਤਾਨ ਵੀ ਲਾਲੋ, ਮੁਸਲਮਾਨੀਆਂ ਪੜੇ ਕਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੀ ਲਾਲੋ, खून के सोहले गालिए नानक रात का गुगू पाए भी लालो। ਇਹ ਵਚਨ ਸਾਰੇ ਨੇ। ਹੁਣ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਆਪਸ ਦੇ ਵਿੱਚ ਟੱਕਰ ਸੀ, ਇਹ ਵੀ ਵਚਨ ਨਹੀਂ ਦੱਸਿਆ। ਦੀਨ ਮਜਬ ਕੋ ਆਤੋ ਬਾਦ, ਤੇ ਦੀਨ ਮਜਬ ਕੋ ਆਤੋ ਬਾਦ, ਮਜਬਾਂ ਦੇ ਵਿੱਚ ਦੀਨਾਂ ਦੇ ਵਿੱਚ ਜਿਹੜਾ ਝਗੜਾ ਚੱਲਦਾ ਸੀ, ਕਿਸੇ ਪ੍ਰਕਾਰ ਦਾ ਝਗੜਾ ਵੀ ਇਹਨੂੰ ਦੱਸਿਆ ਨਹੀਂ। ਝੂਠ ਕਹਿਣ ਮੈਂ ਜੇ ਰਿਪ ਮਰੈ, ਤੇ ਇਸ ਢੰਗ ਦੇ ਨਾਲ ਸਾਧ ਸੰਗਤ ਜੀ ਸਾਰਾ ਨੇ ਝੂਠ ਮੜ ਦਿੱਤਾ। ਸਾਰਾ ਝੂਠ ਮੜ ਕੇ ਨਾ ਤੇ ਅਕਲ ਉਹਨੇ ਨੂੰ ਸਾਰਾ ਦੱਸ ਦਿੱਤਾ, ਪਰ ਅਕਲ ਉਹਨੇ ਸਿਆਣਾ ਸੀ। ਉਹਦਾ ਇੱਕ ਜੂਨੀਅਰ ਜਨਰਲ ਸੀ, ਜਿਹਨੂੰ ਅਸੀਂ ਮਰੀ ਆਖਦੇ ਹਾਂ, ਮੈਰੀ ਵੀ ਕਹਿੰਦੇ ਹਾਂ, ਮਰੀ ਵੀ ਅਸਲ ਦੇ ਵਿੱਚ ਉਹ ਸਾਰੀ ਪੋਣਛਾਣ ਕਰਦਾ ਹੈ। ਇੱਕ ਜੂਨੀਅਰ ਸੀ, ਉਹ ਜਲੰਧਰ ਦੇ ਅੰਬਾਲੇ ਦਾ ਇਲਾਕਾ ਸਾਰਾ ਉਹ ਕੰਟਰੋਲ ਕਰਦਾ ਸੀ ਉਸ ਸਮੇਂ। ਉਹਨੇ ਫਿਰ ਪੋਣਛਾਣ ਕਰਕੇ ਸਾਰੀ ਸਾਥੀ ਅੱਗੇ ਲਿਖਦਾ ਹੈ। ਤੁਰਕ ਹਿੰਦਿਆਂ ਤੇ ਕਬਟਰ, ਤੇ ਨਾ ਦੇ ਸਾਧ ਸੰਗਤ ਮੁਸਲਮਾਨ ਹਿੰਦੂਆਂ ਦੇ ਉੱਤੇ ਜ਼ੁਲਮ ਕਰਨ ਤੋਂ ਟਲਦੇ ਸਨ ਤੇ ਨਾ ਕੋਈ ਟਲਦੇ ਸਨ। ਦੋਹਰਾ ਖੁਦਾ ਭਵਾਈਏ ਤੇ ਲਸੋਂ ਦੀ ਜਤ ਲੈ ਲਗਾਏ। ਸਾਧ ਸੰਗਤ ਜੀ ਇਸ ਢੰਗ ਦੇ ਨਾਲ ਫਿਰ ਇਹ ਸਾਰੀ ਵਾਰਤਾ ਚੱਲਦੀ ਏ। ਦਿੱਲੀ ਦੇ ਵਿੱਚ, ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸ਼ਾਹ ਆਲਮ ਗੌਰ ਅਲੀ ਜਫਰ ਦਾ ਪੁੱਤਰ ਬੈਠਾ ਏ। ਅਖਤਰ ਲੋਨੀ ਨੂੰ ਸਾਰੀ ਵਾਰਤਾ ਦੱਸਦਾ ਏ। ਪੰਥ ਦੀ ਕੋਈ ਸੱਚੀ ਗੱਲ ਦੱਸੀ ਨਹੀਂ, ਪੰਥ ਪ੍ਰਗਟ ਕਿਵੇਂ ਹੋਇਆ, ਗੁਰੂਆਂ ਦੀ ਕੋਈ ਸ਼ਹਾਦਤ ਦੱਸੀ ਨਹੀਂ, ਆਪਣੇ ਪੁਰਖਿਆਂ ਦੀਆਂ ਕਰਤੂਤਾਂ ਵੀ ਇਹਨੇ ਦੱਸੀਆਂ ਨੇ ਵੀ ਸਾਡੇ ਪੁਰਖਿਆਂ ਨੇ ਅਸਲ ਦੇ ਵਿੱਚ ਕੀਤਾ ਕੀ। ਪੁਰਖਿਆਂ ਦੀਆਂ ਕਰਤੂਤਾਂ ਨਹੀਂ ਦੱਸੀਆਂ ਵੀ ਸਾਡੇ ਪੁਰਖ ਨੇ ਰਾਜ ਦੀ ਖਾਤਰ ਸਮਝੌਤਾ ਕਰਦਾ ਸ਼ੇਖ ਅਹਿਮਦ ਸਰਹੰਦੀ ਦੇ ਨਾਲ, ਤੇ ਸ਼ੇਖ ਅਹਿਮਦ ਸਰਹੰਦੀ ਇਹ ਗੱਲ ਕਹਿੰਦਾ ਹੈ ਵੀ ਮੈਂ ਤੈਨੂੰ ਰਾਜ ਦਵਾ ਦਿਆਂਗਾ ਜਹਾਂਗੀਰ। ਤੇ ਉਹ ਕੱਟੜਪੰਥੀਆਂ ਦਾ, ਕੱਟੜਪੰਥੀ ਜਿਹੜੀ ਚੱਲਦੀ ਸੀ ਮੁਸਲਮਾਨਾਂ ਦੀ ਇੱਕ ਸ਼ਾਖਾ ਕਹਿ ਸਕਦੇ ਆ, ਉਹਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਦੀ ਸ਼ੇਖ ਅਹਿਮਦ ਬੁਖਾਰੀ, ਜਿਹਦਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚ ਬਹੁਤ ਵੱਡਾ ਰੋਲ ਹੈ। ਕਿ ਆਪਸ ਦੇ ਵਿੱਚ ਸੰਧੀ ਕਰ ਰਹੇ, ਕਿਉਂਕਿ ਜਹਾਂਗੀਰ ਬਾਦਸ਼ਾਹ ਨੂੰ ਅਕਬਰ ਰਾਜ ਨਹੀਂ ਸੀ ਦੇਣਾ ਚਾਹੁੰਦਾ, ਧੱਕੇ ਦੇ ਨਾਲ ਰਾਜ ਲੈਣਾ ਚਾਹੁੰਦਾ ਸੀ। ਸ਼ੇਖ ਅਹਿਮਦ ਸਰਹੰਦੀ ਜਿਹੜਾ ਸੀ ਉਹ ਅਕਬਰ ਦਾ ਮਿੱਤਰ ਸੀ, ਉਹਦੇ ਕਹਿਣ ਦੇ ਉੱਤੇ ਉਹਨੂੰ ਰਾਜ ਮਿਲਦਾ ਸੀ। ਤੇ ਜਹਾਂਗੀਰ ਬਾਦਸ਼ਾਹ ਸ਼ੇਖ ਅਹਿਮਦ ਸਰਹੰਦੀ ਕਹਿੰਦਾ ਵੀ ਮੈਂ ਤੈਨੂੰ ਰਾਜ ਦਵਾ ਦਿਆਂਗਾ, ਪਰ ਮੈਨੂੰ ਕੀ ਮਿਲੇਗਾ, ਮੈਂ ਤੇਰਾ ਫਾਇਦਾ ਕਰਨਾ ਪਰ ਮੈਨੂੰ ਕੀ ਮਿਲੇਗਾ। ਉਹਨੇ ਫਿਰ ਇਹ ਗੱਲ ਆਖੀ ਵੀ ਮੈਂ ਉਹ ਜਹਾਂਗੀਰ ਬਾਦਸ਼ਾਹ ਇਹ ਜਦੋਂ ਗੱਲ ਕਹਿੰਦਾ ਏ ਵੀ ਤੂੰ ਗੁਰੂ ਅਰਜਨ ਦੇਵ ਪਾਤਸ਼ਾਹ ਤੂੰ ਮੈਨੂੰ ਰਾਜ ਦਵਾ ਦੇ ਤੇ ਬਦਲੇ ਜੋ ਤੂੰ ਆਖੇਗਾ ਉਹ ਕਰ ਦਿਆਂਗਾ। ਤੇ ਅਹਿਮਦ ਸਰਹੰਦੀ ਨੇ ਆਖਿਆ ਵੀ ਗੁਰੂ ਅਰਜਨ ਦੇਵ ਨੇ ਝੂਠ ਦੀ ਦੁਕਾਨ ਖੋਲੀ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਸੇ ਢੰਗ ਦੇ ਨਾਲ ਸ਼ਹੀਦ ਕਰ ਦਿੱਤਾ ਜਾਵੇ। ਉਹਦੇ ਕਹਿਣ ਦੇ ਉੱਤੇ ਸ਼ੇਖ ਅਹਿਮਦ ਬੁਖਾਰੀ ਤੇ ਬੁਰਤਜਾ ਖਾਂ ਜਿਹੜਾ ਸੀ
उस समय क्योंकि ये हुक्म दे करके ते जहांगीर बादशाह तो चलिया गया सी कि गौ दे नाल शहीदी पढ़ियो पता लगेगा। उदले उदले बोलते सारे दस दे ने अंदर की गल मैं अज तक बहुत स्टेजां तो इतिहास सुनिया पर यह प्रचार जिहड़ा वो घट किया जाता। शेख अहमद सरहंदी की संधि जिहड़ी जहांगीर बादशाह दे नाल होई सी गौ दे नाल इतिहास पढ़ो सारियां गल्लां सामने आउंदियां ने। इन्हां ने संधि कीती सी ते महाराज साहब जी नूं शहीद कर दिता। अपने पुरखियां दी कोई भी करतूत इहने दसी नहीं। पंथ ने किवें टेका मारियां, पंथ ने किवें दुनिया नूं आला दिता, पंथ ने किवें सरदारी कीती, नागर भजाया ते अबदाली दे मुंडे तैमूर नूं मुर्दियां दे राह भजाया ते अबदाली दे पोतरे नूं भजाया। समण बुर्ज विचों महाराजा रणजीत सिंह साहब जी के दादा जी सरदार जगत सिंह जी, उधरों महताब सिंह के साथी भाई सुक्का सिंह साहब जी ने किवें दुनिया के उत्ते अपना लोहा मनाया। ये कोई भी गल अकल लोनी नूं नहीं दसी गई। ये वो कारण सी आपस के विच लड़नगे, आपस के विच मरनगे ते साडा की एक कारण सी अकल लोनी नूं गल ना दसन दा। इस तो अगले इतिहास जिहड़ा है वो किवें चलदा है ज्ञानी रतन सिंह जी पंगू अगले प्रसंग विच मरी दा सारा जिक्र करनगे कि किवें इतिहास ही लिखिया जांदा है। इहदा कारण की सी सारा इतिहास अगे आवेगा। आप जी ने इहदियां बेनतियां प्रवान करनियां। समा आप जी ने श्रवण कीता है भी 3 दिन दा समा साडे कोले सोमवार दा, मंगलवार का ते बुधवार का समा आप जी ने श्रवण किया है। जिन्हें माए भाई हाजरी भरदे गुरु को खालसे पंथ का इतिहास गुरु कलगीधर पातशाह जी ने ज्ञानी रतन सिंह जी पंगू के सिर के उत्ते हथ रख के एक उन्होंने कलम के उत्ते सारा इतिहास लिखवाया है। आप जी कृपा करियो सतगुरु सच्चे पातशाह जी मेहरामत कर दी खालसे की साखी साखी है जेड़ी आप जी ने सन्मत जरूर श्रवण करवा सकिए। आप जी ने असीस बख्शिश करनी जिथे आप जी आउंदे हो अपने मित्रां नूं अपने दोस्तों को जरूर लै करके आया करो कि समय की व्यापत है, समय की रफ्तार को समझना पड़ेगा। क्योंकि कदे गुरु अर्जन देव पातशाह जी ने बचन आखे सी भी तुसी मैनू ते शहीद कर दोगे पर समय की रफ्तार को फड़ना, समय की रफ्तार को समझना तुहाडे वास की खेड़ गई। समय की रफ्तार को गुरु हरगोबिंद सच्चे पातशाह जी फड़नगे ते वो विचारनगे भी हुण अगे करना की। इस करके समय को विचारन की लोड़ है। साडे सामने बहुत सारे सवाल अज अजोके समय के खड़े ने। राज की गल असीं करते हैं ना कि राज चाहिए सिखां नूं ते बहुत सारे सवाल साडे सामने खड़े ने। वो सवालों के जवाब हुण इस ग्रंथ विचों सानूं मिलणगे सारे कि वो किवें सिंह राज करते थे, की साडा रुतबा सी, कित्थे असीं अज खड़ोते हाँ। ये सारे सवालों के जवाब राज की भावना गुरु के सिखां ने किवें राज किया, लोहा दुनिया के उत्ते बनाया, कुल कायनात सिखां दा लोहा मनदी है, वो सारा कुछ इस ग्रंथ विचों सानूं लभेगा। आप जी ने कल के मेहमानां दे विच फिर इसे तरह हाजरियां भरनियां। अज ये बेनतियां आप जी ने प्रवान करनियां। और इतिहास की कथा करदियां सतगुरां दे वचन आप जी नूं सुणाउंदियां बेहद प्रकार दीयां गल्लां होईयां ने। गुरु की संगत बख्शण योग है पाई धन गुरु ग्रंथ साहिब महाराज की बख्शणहार ने। आओ इन्हां अखीर वालियां पंक्तियां पढ़ करके समाप्ति है। पूजा भवाइए तेन सो दीजै दिल लगाए मारो हिंदियन कसम कर